हेलो फ्रेंड्स वेलकम टू माय चैनल जिसका नाम है सिमरन पंजाबी चैनल में खास तौर ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਇੱਥੇ ਆ ਕੇ ਆਪਣੀ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਇਸ ਤੋਂ ਇਲਾਵਾ ਮਾਸਟਰ ਗ੍ਰੇਡ ਵਾਲੇ ਸਟੂਡੈਂਟ ਵੀ ਇੱਥੇ ਆ ਕੇ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਨੇ। ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ। ਨਾਲ ਦੇ ਨਾਲ ਜਿਹੜੇ ਟੌਪਿਕ ਤੁਹਾਨੂੰ ਲੱਗਦੇ ਨੇ ਵਧੀਆ ਜ਼ਰੂਰ ਅਗਰ ਕਿਸੇ ਗਰੁੱਪ ਦੇ ਵਿੱਚ ਤੁਸੀਂ ਜੁਆਇਨ ਹੋ ਦੈਨ ਉੱਥੇ ਤੁਸੀਂ ਜ਼ਰੂਰ ਇਹਨਾਂ ਨੂੰ ਸ਼ੇਅਰ ਕਰ ਸਕਦੇ ਹੋ। ਟੌਪਿਕ ਅੱਜ ਦਾ ਅਸੀਂ ਨੈਕਸਟ ਕਰਨ ਜਾ ਰਹੇ ਹਾਂ। ਅੱਜ ਹੈਗੇ ਨੇ ਸਾਡੇ ਕੋਲ ਨੈਕਸਟ ਸੇਵਾ ਪੰਥੀ ਸੰਪਰਦਾਇ ਦੇ ਬਾਰੇ ਗੱਲ ਕਰਾਂਗੇ। ਇਸ ਤੋਂ ਇਲਾਵਾ ਅਸੀਂ ਲਾਸਟ ਜਿਹੜਾ ਅਸੀਂ ਇੱਕ ਟੌਪਿਕ ਕੀਤਾ ਸੀ, ਠੀਕ ਹੈ। ਸੋ ਇਹਦੇ ਵਿੱਚ ਉਦਾਸੀ ਸੰਪਰਦਾਇ ਜਿਹੜੇ ਸੀ ਉਸਦੇ ਬਾਰੇ, ਤੇ ਅੱਜ ਅਸੀਂ ਕਰਾਂਗੇ ਸੇਵਾ ਪੰਥੀ ਸੰਪਰਦਾਇ। ਥੋੜਾ ਮੈਂ ਵੱਡਾ ਕਰ ਦਿੰਨੀ ਆ ਤਾਂ ਕਿ ਕੋਈ ਪ੍ਰੋਬਲਮ ਨਾ ਹੋਵੇ ਤੁਹਾਨੂੰ। ਆਈ ਥਿੰਕ ਇੰਨਾ ਵਿਖ ਜਾਏਗਾ ਹੁਣ। ਓਕੇ ਸੋ ਇਹਦੇ ਵਿੱਚ ਕੀ ਕਿਹਾ ਹੈਗਾ ਵਾ, ਕਹਿੰਦੇ ਕਿ ਸੇਵਾਪੰਥੀ ਸੰਪਰਦਾਇ ਦਾ ਕਹਿੰਦੇ ਆਰੰਭ ਜਿਹੜਾ ਹੈਗਾ ਸੀ ਤੇ ਵਿਕਾਸ ਤੇ ਵਿਸ਼ੇਸ਼ ਸਿਧਾਂਤ। ਇਹ ਹੁਣ ਤਿੰਨ ਇਹਨਾਂ ਦੇ ਵਿੱਚ ਚੀਜ਼ਾਂ ਪੜ੍ਹਨੀਆਂ। ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਈ ਗਈ ਸੇਵਾ ਸਿਮਰਨ ਤੇ ਘਰ ਕਮਾਈ ਦੀ ਸਿੱਖਿਆ ਨੂੰ ਭਾਈ ਕਨ੍ਹਈਆ ਜੀ ਨੇ ਅਮਲੀ ਰੂਪ ਦੇ ਕੇ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਸੀ। ਕਥਨੀ ਤੇ ਕਰਨੀ ਦੇ ਸੂਰਬੀਰ ਇਸ ਮਹਾਪੁਰਖ ਨੂੰ ਸੇਵਾਪੰਥੀ ਸੰਪਰਦਾਇ ਦਾ ਮੋਢੀ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਕਨ੍ਹਈਆ ਜੀ ਦੇ ਬਾਰੇ ਗੱਲ ਕੀਤੀ ਹੈ। ਇਸ ਤਿਆਗੀ ਵੈਰਾਗੀ ਤੇ ਤਪਸਵੀ ਕਰਮਯੋਗੀ ਦੇ ਜੀਵਨ ਸਮਾਚਾਰ ਬੜੇ ਰੋਚਕ ਸਨ। ਵਿਦਵਾਨਾਂ ਨੇ ਆਪ ਜੀ ਦੇ ਜੀਵਨ ਸਮਾਚਾਰਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਭਾਈ ਕਨ੍ਹਈਆ ਜੀ ਨੂੰ ਜਤੀ ਹਠੀ ਸੰਤੋਖੀ ਸੂਰਬੀਰ ਬ੍ਰਹਮ ਗਿਆਨੀ ਸਮਾਜ ਸੇਵੀ ਆਦਿ ਕਹਿ ਕੇ ਸਤਿਕਾਰਿਆ ਹੈ। ਅੱਗੇ ਕਹਿੰਦੇ ਕਿ ਸੰਪਰਦਾਇ ਦੇ ਮੋਢੀ ਦੇ ਜੀਵਨ ਸਮਾਚਾਰ ਭਾਈ ਕਨ੍ਹਈਆ ਜੀ ਜਿਹੜੇ ਹੈਗੇ ਸੀ ਦੇ ਪਿਤਾ ਭਾਈ ਨੱਥੂ ਰਾਮ ਜੀ ਵਜ਼ੀਰਾਬਾਦ ਦੇ ਨੇੜੇ ਪਿੰਡ ਸੋਧਰੇ ਪਾਕਿਸਤਾਨ ਦੇ ਵਸਨੀਕ ਸਨ। ਆਪ ਦੇ ਪਿਤਾ ਇੱਕ ਖੱਤਰੀ ਹੋਣ ਦੇ ਨਾਤੇ ਸੌਦਾਗਰੀ ਕਰਦੇ ਸੀ, ਨਾਲ ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਸੀ। ਆਪ ਦੀ ਮਾਤਾ ਦਾ ਨਾਮ ਜਿਹੜਾ ਹੈਗੇ ਸੀ ਮਾਤਾ ਸੁੰਦਰੀ ਸੀ। ਬਚਪਨ ਤੋਂ ਹੀ ਭਾਈ ਕਨ੍ਹਈਆ ਜੀ ਸਾਤਵਿਕ ਬਿਰਤੀ ਵਾਲੇ ਬਾਲਕ ਸੀ। ਅੱਜ ਦੇ ਫੇਰ ਨਾਲ ਸਮੇਂ ਦੇ ਫੇਰ ਨਾਲ ਦਇਆ ਨਿਮਰਤਾ ਤੇ ਸੇਵਾ ਭਾਵ ਆਦਿ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਆਪ ਨੇ ਬਹੁਤਾ ਸਮਾਂ ਸਤਿਪੁਰਖਾਂ ਦੀ ਸੰਗਤ ਵਿੱਚ ਬਿਤਾ ਕੇ ਪ੍ਰਸੰਨ ਰਹਿੰਦੇ ਸੀ। ਆਪ ਦੇ ਮਨ ਵਿੱਚ ਪ੍ਰਭੂ ਮਿਲਾਪ ਦੀ ਪ੍ਰਬਲ ਇੱਛਾ ਸੀ। ਇਸੇ ਅਭਿਲਾਸ਼ਾ ਦੇ ਫਲਸਰੂਪ ਆਪ ਗੁਰੂ ਤੇਗ ਬਹਾਦਰ ਜੀ ਪਾਸ ਅਨੰਦਪੁਰ ਪੁੱਜੇ ਸੀ। ਦਰਸ਼ਨ ਕਰਦੇ ਹੀ ਆਪ ਦੀ ਸੁਰਤ ਟਿਕ ਗਈ ਤੇ ਸੇਵਾ ਵਿੱਚ ਜੁਟ ਗਏ। ਭਾਈ ਕਨ੍ਹਈਆ ਜੀ ਦੀ ਨਿਸ਼ਕਾਮ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਤੇਗ ਬਹਾਦਰ ਜੀ ਨੇ ਪ੍ਰਚਾਰ ਕਰਨ ਲਈ ਆਦੇਸ਼ ਦਿੰਦੇ ਹੋਏ ਫਰਮਾਇਆ, हे पुरख जिनको कछ भोजन अपनी ओर ते परमेसर दिया है तिन्हें जीवह साथ बांट खाया। तुम काहे के एकले खावत हो, तुम भी बांट खावो। ਇਹ ਜਿਹੜੇ 17 ਹੈਗੀਆਂ ਸੀ ਇਹਨਾਂ ਨੇ ਜਿਹੜੇ ਹੈਗੇ ਸੀ ਭਾਈ ਕਨ੍ਹਈਆ ਜੀ ਦੀ ਨਿਸ਼ਕਾਮ ਸੇਵਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਨੇ ਪ੍ਰਚਾਰ ਲਈ ਆਦੇਸ਼ ਦਿੰਦੇ ਹੋਏ ਉਹਨਾਂ ਨੂੰ ਫਰਮਾਇਆ ਸੀ। ਠੀਕ ਹੈ। ਸੋ ਇਹ ਜਿਹੜੀ ਹੈਗੀ ਸੀ ਸਾਨੂੰ ਭਾਈ ਸਹਿਜ ਰਾਮ ਪਰਚੀਆ ਭਾਈ ਕਨ੍ਹਈਆ ਜੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਗੁਰੂ ਜੀ ਦੀ ਆਗਿਆ ਪਾ ਕੇ ਭਾਈ ਕਨ੍ਹਈਆ ਜੀ ਨੇ ਪਿੰਡ ਕਾਹਵਾ ਜਿਹੜਾ ਕਿ ਜ਼ਿਲ੍ਹਾ ਅਟਕ ਪਾਕਿਸਤਾਨ ਵਿਖੇ ਸੁੰਦਰ ਧਰਮਸਾਲ ਤਿਆਰ ਕਰਵਾ ਕੇ ਸੇਵਾ ਤੇ ਗੁਰਮਤਿ ਪ੍ਰਚਾਰ ਦਾ ਕੰਮ ਆਰੰਭ ਕਰ ਦਿੱਤਾ। ਆਪ ਨੇ ਮੁਸਾਫਰਾਂ ਦੀ ਸੇਵਾ ਦਾ ਇੱਕ ਅਜਿਹਾ ਆਦਰਸ਼ਕ ਕੇਂਦਰ ਕਾਇਮ ਕੀਤਾ ਜਿੱਥੇ ਸੰਸਾਰਿਕ ਸੁੱਖਾਂ ਦੇ ਨਾਲ ਨਾਲ ਗੁਰਬਾਣੀ ਦਾ ਪ੍ਰਚਾਰ ਤਪਦੇ ਮਨਾਂ ਨੂੰ ਸ਼ਾਂਤੀ ਤੇ ਸੁੱਖ ਵੀ ਦਿੰਦਾ ਸੀ। ਇਸ ਪ੍ਰਚਾਰ ਸਦਕਾ ਅਟਕ ਦੇ ਇਲਾਕੇ ਵਿੱਚ ਕਈ ਲੋਕ ਸੱਜ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਮਾਚਾਰ ਸੁਣ ਕੇ ਭਾਈ ਕਨ੍ਹਈਆ ਜੀ ਸੰਗਤ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਅਨੰਦਪੁਰ ਪੁੱਜੇ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧਾਂ ਦੇ ਵਿੱਚ ਸਿੱਖਾਂ ਤੇ ਮੁੱਲਾਂ ਦੀ ਸਮਦ੍ਰਿਸ਼ਟੀ ਨਾਲ ਦੇਖਭਾਲ ਕਰਦੇ ਹੋਏ ਆਪ ਨੇ ਪਿਆਸਿਆਂ ਦੇ ਪਿਆਸ ਬੁਝਾਉਂਦੇ ਹੋਏ ਫਟੜਾ ਦੀ ਮਰਮ ਪੱਟੀ ਕਰਦੇ ਹੋਏ ਤੇ ਮਨ ਬਚਨ ਤੇ ਕਰਮ ਨਾਲ ਗੁਰੂ ਜੀ ਦੇ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾ ਕੇ ਸੇਵਾ ਤੇ ਪ੍ਰੇਮ ਦੇ ਆਦਰਸ਼ ਨੂੰ ਨਵਾਂ ਰੂਪ ਦਿੱਤਾ ਸੀ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਗੱਤਾ कवि संतोख सिंह ने लिखा है, जिन्हें संगन को जल पिलावे तिम तुरकन को नित तृप्तावे। ਇਹ ਉਹਨਾਂ ਦੀਆਂ 17 ਹੈਗੀਆਂ ਨੇ ਜੋ ਕਿ ਸੰਤੋਖ ਜੀ ਨੇ ਲਿਖੀਆਂ ਸੀ। ਸਿੰਘਾਂ ਦੀ ਸ਼ਿਕਾਇਤ ਸੁਣ ਕੇ ਜਦ ਗੁਰੂ ਜੀ ਨੇ ਭਾਈ ਕਨ੍ਹਈਆ ਜੀ ਨੂੰ ਬੁਲਾਇਆ ਤਾਂ ਭਾਈ ਸਾਹਿਬ ਨੇ ਕਿਹਾ, ਮੈਨੂੰ ਤਾਂ ਮੈਦਾਨੇ ਜੰਗ ਵਿੱਚ ਹਰ ਕੋਈ ਤੁਹਾਡਾ ਹੀ ਰੂਪ ਦਿਖਾਈ ਦਿੰਦਾ ਹੈ, ਕੋਈ ਸ਼ਤਰੂ ਜਾਂ ਮਿੱਤਰ ਨਹੀਂ ਦਿਸਦਾ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਦੇ ਗੁਰਵਾਕ ਅਨੁਸਾਰ ਭਾਈ ਕਨ੍ਹਈਆ ਜੀ ਦੇ ਨੇ ਸਭ ਦੇ ਮਨ ਨੂੰ ਮੋਹ ਲਿਆ। ਇਤਿਹਾਸਕਾਰਾਂ ਦਾ ਜਿਹੜਾ ਕਥਨ ਹੈਗਾ ਇਹ ਕਿ ਗੁਰੂ ਜੀ ਨੇ ਪ੍ਰਸੰਨ ਹੋ ਕੇ ਇੱਥੇ ਹੀ ਹੈ ਨਾ
ਹਾਂਜੀ, ਇਹ ਜਿਹੜਾ ਹੈਗਾ ਵਾ, ਹਾਂ, ਗੁਰੂ ਜੀ ਨੇ ਪ੍ਰਸੰਨ ਹੋ ਕੇ ਮਰਮ ਪੱਟੀ ਦਿੰਦੇ ਹੋਏ ਫਰਮਾਇਆ ਕਿ ਫੱਟੜਾਂ ਦੀ ਸੇਵਾ ਵੀ ਕਰੋ। ਸੀਸ ਤਲੀ ਤੇ ਰੱਖ ਕੇ ਭਾਈ ਸਾਹਿਬ ਨੇ ਸਿੱਥਲ ਸੂਰਮਿਆਂ ਵਾਂਗ ਯੁੱਧ ਵਿੱਚ ਬੜੀ ਸ਼ਰਧਾ, ਪ੍ਰੇਮ ਤੇ ਲਗਨ ਨਾਲ ਲੋੜਵੰਦਾਂ ਨੂੰ ਜੀਵਨ ਦਾਨ ਦੇ ਕੇ ਸੇਵਾ ਕੀਤੀ। ਜਿਵੇਂ ਬੱਦਲ ਵਰਖਾ ਸਮੇਂ ਸਭ ਦੀ ਖੇਤੀ ਉੱਪਰ ਇੱਕੋ ਜਿਹਾ ਵਸਦਾ ਹੈ, ਤੇ ਉਸੇ ਤਰ੍ਹਾਂ ਭਾਈ ਕਨ੍ਹੱਈਆ ਜੀ ਨੇ ਸਮਦ੍ਰਿਸ਼ਟੀ ਨਾਲ ਸਿੱਖਾਂ ਤੇ ਮੁਗਲਾਂ ਦੀ ਸੇਵਾ ਕਰਕੇ ਗੁਰੂ ਜੀ ਨੂੰ ਪ੍ਰਸੰਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਦਸਤੀ ਰੁਮਾਲ ਬਖਸ਼ ਕੇ ਮਹੰਤ ਥਾਪਿਆ ਤੇ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ। ਭਾਈ ਕਨ੍ਹੱਈਆ ਜੀ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਨੌਜਵਾਨ ਆਪ ਦੇ ਚੇਲੇ ਬਣ ਗਏ, ਜੋ ਸਮੇਂ ਦੇ ਫੇਰ ਨਾਲ ਸੇਵਾ ਪੰਥੀ ਦੇ ਨਾਲ ਨਾਲ ਪ੍ਰਸਿੱਧ ਹੋਏ। ਭਾਈ ਸੇਵਾ ਰਾਮ ਅਤੇ ਭਾਈ ਅੱਡਣ ਸ਼ਾਹ ਜੀ ਇਸ ਸੰਪਰਦਾਇ ਦੇ ਮਹਾਨ ਤਪਸਵੀ ਕਰਨ ਵਾਲੇ ਮਹਾਂਪੁਰਖ ਸਨ, ਜਿਨ੍ਹਾਂ ਦੀ ਪ੍ਰਸਿੱਧੀ ਕਾਰਨ ਇਸ ਸੰਪਰਦਾਇ ਨੂੰ ਸੇਵਾ ਪੰਥੀ ਅੱਡਣ ਸ਼ਾਹੀ ਸੰਪਰਦਾਇ ਕਿਹਾ ਜਾਂਦਾ ਹੈ। ਭਾਈ ਵੀਰ ਜੀ ਨੇ ਇਸ ਸੰਪਰਦਾਇ ਦੇ ਸੰਤਾਂ ਬਾਰੇ ਵੀ ਇਹ ਵਿਚਾਰ ਜਿਹੜਾ ਪ੍ਰਸਤੁਤ ਕੀਤਾ ਹੈ। ਅੱਡਣ ਸ਼ਾਹੀ ਡੇਰਿਆਂ ਵਿੱਚ ਭੁੱਖੇ ਨੂੰ ਪ੍ਰਸ਼ਾਦਾ, ਜ਼ਖਮੀਆਂ ਨੂੰ ਮਲਮ ਤੇ ਤਾਪ ਵਾਲਿਆਂ ਨੂੰ ਗਿਲੇ ਆਦਿ ਮਿਲਦੀ ਹੁੰਦੀ ਹੈ। ਆਪਣੇ ਨਿਰਵਾਹ ਵਾਸਤੇ ਅਕਸਰ ਅੱਡਣ ਸ਼ਾਹੀ ਸਾਧ ਮੁੰਜ ਕੱਟਦੇ, ਵਾਣ ਵੱਟਦੇ ਤੇ ਇਸ ਦੀ ਵਟਕ ਪਰ ਨਿਰਬਾਹ ਟੋਰਦੇ ਹੁੰਦੇ ਸੀ। ਟਿਕਾਣੇ ਦੀ ਕੁਟੀਆ ਵਿੱਚ ਸਾਧੂ ਰਹਿੰਦੇ ਸੀ। ਇੱਕ ਇੱਕ ਨੁੱਕਰ ਵਿੱਚ ਇੱਕ ਇੱਕ ਦਾ ਡੇਰਾ ਹੈ। ਹਰ ਕੋਈ ਉੱਥੇ ਮੁੰਜ ਕੁੱਟ ਕੇ ਵਾਣ ਵੱਟਦਾ ਹੈ ਤੇ ਟੋਪੀ ਜਾਂ ਕੇਸਧਾਰੀ ਹੈ ਤਾਂ ਨਿਰੀ ਪੱਗ, ਲੰਗੋਟੀ ਜਾਂ ਕਛਹਿਰਾ, ਤੇ ਸਿਆਲ ਹੋਵੇ ਤਾਂ ਅੱਧੀਆਂ ਬਾਹਾਂ ਦੀ ਕੁੜਤੀ। ਇਹ ਵਸਤਾਂ ਹਰੇਕ ਦੀਆਂ ਆਪੋ ਆਪਣੀਆਂ ਵੱਖਰੀਆਂ ਨੇ। ਯਾਨੀ ਕਿ ਉਹਨਾਂ ਨੇ ਸਾਰਾ ਉਹਨਾਂ ਦੇ ਬਾਰੇ ਦੱਸਿਆ ਸੀ, ਕਿਸ ਤਰ੍ਹਾਂ ਉਹਨਾਂ ਦਾ ਜੀਵਨ ਸੀ, ਜਿਵੇਂ ਕੰਮ ਕੀ ਕਰਦੇ ਸੀ, ਰਹਿੰਦੇ ਕਿਸ ਤਰ੍ਹਾਂ ਸੀ ਤੇ ਰਹਿੰਦੇ ਕਿੱਥੇ ਸੀ, ਤੇ ਉਹਨਾਂ ਦੇ ਕੱਪੜਿਆਂ ਬਾਰੇ ਵੀ ਦੱਸਿਆ ਸੀ ਕਿ ਕਿਸ ਤਰ੍ਹਾਂ ਆਪਣਾ ਜੀਵਨ ਨਿਰਵਾਹ ਇਹਨਾਂ ਦੇ ਵਿੱਚ ਕਰਦੇ ਸੀ। ਸੇਵਾਪੰਥੀ ਸੰਤਾਂ ਲਈ ਸ਼੍ਰੀ ਸੰਤ ਰਤਨਮਾਲਾ ਵਿੱਚ ਜੋ ਨਿਯਮ ਦਰਜ ਨੇ, ਉਹਨਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਤਿਆਗ, ਤਪੱਸਿਆ ਤੇ ਦੈਵੀ ਸੰਪਤੀ ਨੂੰ ਗ੍ਰਹਿਣ ਕਰਨਾ ਉੱਪਰ ਬਲ ਦਿੱਤਾ ਗਿਆ ਹੈ। ਨਾਲ ਨਾਲ ਧਰਮ ਦੀ ਕਿਰਤ, ਵੰਡ ਛਕਣ ਲਈ ਵੀ ਤਾਕੀਦ ਕੀਤੀ ਗਈ ਹੈ। ਅਧਿਆਤਮਿਕ ਜੀਵਨ ਦੀ ਉੱਨਤੀ ਲਈ ਗੁਰਬਾਣੀ ਨਾਲ ਦ੍ਰਿੜ ਜਿਹੜਾ ਹੈਗਾ ਵਾ ਪ੍ਰੀਤ ਲਵਾ ਕੇ ਸਵਾਸ ਸਵਾਸ ਦਾ ਨਾਮ ਜਿਹੜਾ ਜਪਣ ਦੀ ਅਭਿਆਸ ਲਾਜ਼ਮੀ ਹੈ। ਡੇਰੇ ਦੀ ਗੱਦੀ ਦੇਣ ਸਮੇਂ ਨਵੇਂ ਸਥਾਪਿਤ ਕੀਤੇ ਵਾਲੇ ਮਹੰਤ ਨੂੰ ਝਾੜੂ ਤੇ ਛੰਨਾ ਸਾਹਮਣੇ ਰੱਖ ਕੇ ਮੱਥਾ ਟੇਕਣ ਦਾ ਭਾਵ ਇਹ ਹੈ ਕਿ ਗੁਰਦੁਆਰੇ ਦੇ ਝਾੜੂ ਦੀ ਤੇ ਸਾਧ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਸੌਂਪੀ ਜਾ ਰਹੀ ਹੈ। ਡਾਕਟਰ ਬਲਬੀਰ ਸਿੰਘ ਨੇ ਸੇਵਾ ਪੰਥੀ ਸੰਪਰਦਾਇ ਸੰਬੰਧੀ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਨੇ ਕਿ ਸਾਧੂ ਸਮਾਜ ਵਿੱਚ ਅੱਡਣ ਸ਼ਾਹੀ ਸੰਪਰਦਾਇ ਇੱਕ ਨਵੀਨ ਤਜਰਬਾ ਸੀ। ਸਾਧੂ ਹੋਣਾ, ਵਿਰਕਤ ਹੋਣਾ, ਫਿਰ ਕਿਰਤ ਕਰਨੀ, ਫਿਰ ਆਪਣੀ ਕਮਾਈ ਵੰਡ ਕੇ ਛਕਣੀ ਅੱਡਣ ਸ਼ਾਹ ਦਾ ਪ੍ਰਤਾਪ ਸੀ। ਸਾਧੂ ਹੋਣਾ ਮੰਗਤੇ ਹੋਣ ਦੇ ਬਰਾਬਰ ਹੈ, ਪਰ ਅੱਡਣ ਸ਼ਾਹੀ ਆਗੂਆਂ ਨੇ ਸਾਧੂਆਂ ਨੂੰ ਮੰਗਤਿਆਂ ਦੀ ਸ਼੍ਰੇਣੀ ਤੋਂ ਚੁੱਕ ਕੇ ਦਾਤਾ ਪਦ ਜਿਹੜਾ ਉੱਪਰ ਬਿਠਾ ਦਿੱਤਾ ਸੀ। ਇਹ ਅੱਡਣ ਸ਼ਾਹੀ ਕਰਾਮਾਤ ਸੀ ਜੋ ਅੱਜ ਤੱਕ ਦੁਨੀਆ ਦੇ ਕਿਸੇ ਫਿਰਕੇ ਨੇ ਕਰਕੇ ਨਹੀਂ ਦਿਖਾਏ। ਅੱਡਣ ਸ਼ਾਹੀ ਨੇ ਨਿਸ਼ਕਾਮ ਸੇਵਾ ਦਾ ਭੇਦ ਲੱਭ ਲਿਆ ਸੀ। ਮਤਲਬ ਉਹਨਾਂ ਦਾ ਮੇਨ ਇਹੋ ਹੀ ਹੈਗਾ ਸੀ ਕਿ ਬਸ ਸੇਵਾ ਹੀ ਕਰਨੀ ਹੈ ਤੇ ਨਾਮ ਹੀ ਜਪਣਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਲੋਕ ਗਮਨ ਤੋਂ ਪਹਿਲਾਂ ਗੁਰਿਆਈ ਜਿਹੜੀ ਹੈਗੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੰਦੇ ਹੋਏ ਫਰਮਾਇਆ ਕਿ ਮੇਰਾ ਹੁਕਮ ਹੈ, ਮੇਰੀ ਜਗ੍ਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ को जानना, अर्थात गुरु ग्रंथ साहिब जी ਨੂੰ ਪ੍ਰਗਟ ਗੁਰਾਕੀ ਦੇ ਮੰਨ ਕੇ ਸਤਿਕਾਰ ਕਰਨਾ। ਭਾਈ ਨੰਦ ਲਾਲ ਜੀ ਨੇ ਗੁਰੂ ਜੀ ਦੇ ਇਸ ਹੁਕਮ ਨੂੰ ਇਹਨਾਂ ਸ਼ਬਦਾਂ 'ਚ ਕਲਮਬੰਦ ਕੀਤਾ ਹੈ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੇਂ ਭੇਦ ਨਹੀਂ ਕੁਝ ਮਾਨ। ਗੁਰੂ ਜੀ ਦੇ ਇਸ ਆਦੇਸ਼ ਨੂੰ ਸਿੱਖ ਧਰਮ ਦੇ ਪੈਰੋਕਾਰਾਂ ਨੇ ਸਤਿਕਾਰ ਨਾਲ ਪ੍ਰਵਾਨ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਯਾਨੀ ਕਿ ਆਦਰ ਦਿੱਤਾ ਹੈਗਾ ਵਾ, ਉਹ ਕਿਤੇ ਹੋਰ ਮਿਸਾਲ ਨਹੀਂ ਮਿਲਦੀ। ਸੇਵਾਪੰਥੀ ਸੰਤਾਂ ਨੇ ਗੁਰਬਾਣੀ ਦੇ ਪ੍ਰਚਾਰ ਲਈ ਜੋ ਲਾਜਵਾਬ ਸੇਵਾ ਕੀਤੀ ਹੈ, ਉਹਨਾਂ ਦਾ ਅੱਖਰਾਂ 'ਚ ਕਹਿੰਦੇ ਵਰਣਨ ਨਹੀਂ ਕੀਤਾ ਜਾ ਸਕਦਾ। ਪ੍ਰਸਿੱਧ ਸੇਵਾਪੰਥੀ ਸੰਤ ਭਾਈ ਫਤਿਹ ਚੰਦ ਸ਼ਾਹ ਜੀਵਨੇ ਵਾਲਿਆਂ ਪਾਸੋਂ ਸ਼੍ਰੀਮਾਨ ਸੰਤ ਸੰਗਤ ਜੀ ਨੇ ਕਮਾਲੀਏ ਵਾਲਿਆਂ ਤੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਸਥਾ ਪ੍ਰਾਪਤ ਕਰਕੇ ਜੀਵਨ ਪ੍ਰਯਤਨ ਗੁਰਬਾਣੀ ਦੀ ਕਥਾ ਦੁਆਰਾ ਪ੍ਰਚਾਰ ਕਰਕੇ ਬੇਅੰਤ ਵਿਅਕਤੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਗਾ ਕੇ ਸ਼ੁੱਧ ਪਾਠ ਜਿਹੜਾ ਕਰਨਾ ਸਿਖਾਇਆ ਸੀ। ਅੱਗੇ ਦੇਖੋ ਨੈਕਸਟ ਇੱਥੇ ਦਿੱਤਾ ਹੋਇਆ ਵਾ, ਇਹ ਸਿਲਸਿਲਾ ਜਿਹੜਾ ਹੈਗਾ ਸੀ ਸੰਤ ਕਰਤਾਰ ਜੀ ਦੀ ਸਰਪ੍ਰਸਤੀ ਹੇਠ ਰਾਗੋ ਮਾਜਰਾ ਪਟਿਆਲਾ ਤੇ ਮਾਡਲ ਟਾਊਨ ਪਟਿਆਲਾ ਵਿਖੇ ਨੇਮ ਨਾਲ ਬਾਅਦ ਚ ਚੱਲਦਾ ਰਿਹਾ। ਸੰਤ ਕਰਤਾਰ ਸਿੰਘ ਜੀ ਨੇ ਪ੍ਰਸਿੱਧ ਸੇਵਾ ਪੰਥੀ ਵਿਦਵਾਨ ਗਿਆਨੀ ਅਮੀਰ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਪਾਸੋਂ ਸ਼੍ਰੀ ਦਸਮ ਗ੍ਰੰਥ ਦੀ ਸੰਸਥਾ ਲਈ ਸੀ, ਤੇ ਗਿਆਨੀ ਅਮੀਰ ਜੀ ਨੇ ਆਪਣੇ ਜੀਵਨ ਕਾਲ ਵਿੱਚ 60 ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸੰਪਰਦਾਇ ਅਰਥਾਂ ਦੀ ਸੰਸਥਾ ਅਨੇਕ ਵਿਦਵਾਨ ਸਾਧਾ ਸੰਤਾਂ ਨੂੰ ਜਿਹੜੀ ਦਿੱਤੀ ਸੀ।
ਗਿਆਨੀ ਜੀ ਦੇ ਪਰਮ ਸ਼ਿष्य ਜਿਹੜੇ ਸੰਤ ਗਿਆਨੀ ਕਿਰਪਾਲ ਜੀ ਨੇ ਕੀ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਰਦਾਇ ਸਟੀਕ ਉਥਾਨਕਾਂ ਸਾਖੀਆਂ ਤੇ ਪ੍ਰਮਾਣਾ ਸਹਿਤ 10 ਸੈਂਚੀਆਂ ਦੇ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਹੈ। ਅੱਜ ਹਰ ਕਥਾਕਾਰ ਪ੍ਰਚਾਰਕ ਟੀਕਾਕਾਰ ਲਈ ਇਹ ਸੰਪਰਦਾਇ ਸਟੀਕ ਪ੍ਰੇਰਨਾ ਸਰੋਤ ਹੈ। ਗਿਆਨੀ ਅਮੀਰ ਸਿੰਘ ਜੀ ਦੇ ਡੇਰੇ ਦੀ ਦੇਖਭਾਲ ਅੱਜ ਕੱਲ੍ਹ ਮਹੰਤ ਮੱਖਣ ਜੀ ਬੜੀ ਲਗਨ ਤੇ ਪ੍ਰੇਮ ਨਾਲ ਕਰ ਰਹੇ ਨੇ। ਸੇਵਾਪੰਥੀ ਸੰਤਾਂ ਦੇ ਡੇਰਿਆਂ ਵਿੱਚ ਨੇਮ ਨਾਲ ਗੁਰਬਾਣੀ ਦਾ ਪਠਨ ਪਾਠਨ ਤੇ ਅਖੰਡ ਪਾਠਾਂ ਦਾ ਪ੍ਰਵਾਹ ਨਿਰੰਤਰ ਚੱਲਦਾ ਰਹਿੰਦਾ ਹੈ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਭਾਈ ਰਾਮ ਕ੍ਰਿਸ਼ਨ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਕੀ ਦੇ ਜਾਣ ਕੇ ਸਵੀਕਾਰ ਕਰਦੇ ਸੀ। ਸਾਰੀ ਰਾਤ ਨੇਮ ਨਾਲ ਤਖਤ ਪੋਸ਼ ਤੇ ਡੱਠੀ ਮੰਜੀ ਸਾਹਿਬ ਦੇ ਪਾਵੇਂ ਨਾਲ ਸਿਰ ਜੋੜ ਕੇ ਨਾਮ ਰੰਗ ਦੇ ਵਿੱਚ ਮਸਤ ਹੋ ਕੇ ਟਿਕ ਜਾਂਦੇ ਸੀ। ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਘੰਟਿਆਂ ਬੰਦੀ ਡੰਡੋਤ ਕਰਦੇ ਹੋਏ ਗੁਰਬਾਣੀ ਦਾ ਗਾਇਨ ਕਰਦੇ ਸੀ। ਸ਼੍ਰੀਮਾਨ ਭਾਈ ਹੀਰਾ ਜੀ ਸੇਵਾਪੰਥੀ ਦੇ ਉਦਮ ਨਾਲ ਪਾਕਿਸਤਾਨ ਬਣਨ ਤੋਂ ਪਿੱਛੋਂ ਸ਼ੇਰਾਵਾਲਾ ਗੇਟ ਦੇ ਅੰਦਰਵਾ ਭਾਈ ਰਾਮ ਕਿਸ਼ਨ ਜੀ ਦੀ ਯਾਦ ਵਿੱਚ ਸੁੰਦਰ ਧਰਮਸ਼ਾਲਾ ਸਥਾਪਿਤ ਕੀਤੀ ਗਈ। ਭਾਈ ਹੀਰਾ ਸਿੰਘ ਦੇ ਦਰਸ਼ਨ ਕਰਨ ਦਾ ਸੁਭਾਅ ਮੈਨੂੰ ਪ੍ਰਾਪਤ ਰਿਹਾ ਹੈ। ਉਹਨਾਂ ਦੇ ਜੀਵਨ ਬਹੁਤ ਉੱਚਾ ਤੇ ਸੁੱਚਾ ਸੀ। ਉਹਨਾਂ ਦੀ ਸਾਦਗੀ ਨਿਮਰਤਾ ਸੇਵਾ ਭਾਵ ਜਿਹੜੇ ਹੈਗੇ ਸੀ ਮੋਹ ਲੈਣ ਵਾਲੀ ਸੀ। ਇਸ ਪਿੱਛੋਂ ਮਹੰਤ ਗੋਪਾਲ ਸਿੰਘ ਦੀ ਕੁਸ਼ਲ ਤੇ ਪ੍ਰਬੀਨ ਅਗਵਾਈ ਹੇਠ ਇਹ ਧਰਮ ਮੰਦਰ ਗੁਰਬਾਣੀ ਤੇ ਵਿਦਿਆ ਦੇ ਪ੍ਰਚਾਰ ਤੇ ਪ੍ਰਸਾਰ ਦਾ ਉੱਤਮ ਕੇਂਦਰ ਬਣਿਆ। ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਤੇ ਗੁਰਮਤਿ ਵਿਚਾਰ ਕੇਂਦਰ ਸਫਲਤਾ ਨਾਲ ਚੱਲ ਰਹੇ ਨੇ। ਯੂਨੀਵਰਸਿਟੀ ਦੇ ਨੇੜੇ ਜਿਹੜੀ ਕਿ ਅਰਬਨ ਸਟੇਟ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਆਰੰਭ ਕਰਕੇ ਮਹੰਤ ਗੋਪਾਲ ਸਿੰਘ ਨੇ ਪ੍ਰਸ਼ੰਸਾਜਨਕ ਕਾਰਜ ਕੀਤਾ ਤੇ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਟਿਕਾਣਾ ਸਾਹਿਬ ਜਿਹੜਾ ਹੈਗਾ ਵੱਲੋਂ ਸੇਵਾਪੰਥੀ ਸਾਹਿਤ ਦਾ ਪ੍ਰਕਾਸ਼ਨ ਕਰਨ ਕਾਰਜ ਵੀ ਨਿਰੰਤਰ ਜਾਰੀ ਹੈ ਤੇ ਮਹੰਤ ਗੋਪਾਲ ਜੀ ਅਪ੍ਰੈਲ 13 1991 ਨੂੰ ਅਕਾਲ ਚਲਾਣਾ ਕਰ ਗਏ। ਸੋ ਇੱਥੇ ਪੂਰਾ ਉਹਨਾਂ ਨੇ ਇਹ ਦਿੱਤਾ ਹੋਇਆ ਵਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੀ ਜੋ ਇਹਨਾਂ ਦੇ ਵਿੱਚ ਬਾਅਦ ਦੇ ਵਿੱਚ ਆਏ ਸੇਵਾਪੰਥੀ ਸੰਪਰਦਾਇ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਪ੍ਰਚਾਰ ਕੀਤਾ। ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਸੀ ਉਹਨਾਂ ਨੂੰ ਹੀ ਮੇਨ ਮੰਨਿਆ, ਉਹਨਾਂ ਨੂੰ ਅੱਗੇ ਜਿਹੜਾ ਹੈਗਾ ਵਾ ਕਿ ਹੋਰ ਲੋਕਾਂ ਤੱਕ ਆਸਾਨੀ ਦੇ ਨਾਲ ਪਹੁੰਚਾ ਸਕੇ। ਟੀਕੇ ਉਥਾਨਕਾਂ ਸਾਖੀਆਂ ਜਿਹੜੇ ਹੈਗੇ ਸੀ ਇਹਨਾਂ ਨੂੰ ਵੀ ਲੋਕਾਂ ਦੇ ਤੱਕ ਪਹੁੰਚਾਇਆ ਸੀ। ਇਸ ਤੋਂ ਇਲਾਵਾ ਕਈ ਇਹੋ ਜਿਹੇ ਸੀ ਜਿਨ੍ਹਾਂ ਨੇ ਕੀ ਕੀਤਾ ਸੀ ਕਿ ਅੱਗੇ ਤੋਂ ਅੱਗੇ ਧਰਮਸ਼ਾਲਾਵਾਂ ਸਕੂਲ ਪ੍ਰਚਾਰ ਵਾਸਤੇ ਜਿਹੜੇ ਖੋਲੇ ਸੀ। ਨਾਲ ਦੇ ਨਾਲ ਉਹਨਾਂ ਨੇ ਉਹੋ ਜਿਹੇ ਕੰਮ ਵੀ ਕੀਤੇ ਜੋ ਲੋਕਾਂ ਦੀ ਸੇਵਾ ਭਲਾਈ ਵਾਸਤੇ ਸੀ। ਸੇਵਾਪੰਥੀ ਸੰਪਰਦਾਇ ਨੇ ਗੁਰਬਾਣੀ ਦੇ ਪ੍ਰਚਾਰ ਦੇ ਨਾਲ ਸਿੱਖ ਧਰਮ ਦੇ ਇਤਿਹਾਸਿਕ ਸਥਾਨਾਂ ਦੀ ਜੋ ਸੇਵਾ ਕੀਤੀ ਉਸ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ। ਪੰਡਿਤ ਨਿਸ਼ਚਲ ਜੀ ਜਮੁਨਾਨਗਰ ਵਾਲੇ ਜਿਹੜੇ ਹੈਗੇ ਸੀ ਜੋ ਕਿ ਸੇਵਾਪੰਥੀ ਸੰਪਰਦਾਇ ਦੇ ਪ੍ਰਧਾਨ ਸੀ ਨੇ ਪਟਨਾ ਸਾਹਿਬ ਤੇ ਅੰਮ੍ਰਿਤਸਰ ਵਿਖੇ ਸੁੰਦਰ ਭਵਨਾਂ ਦੇ ਨਿਰਮਾਣ ਕਾਰਜ ਵਿੱਚ ਦਿਲਚਸਪੀ ਲੈ ਕੇ ਕਾਰ ਸੇਵਾ ਦਾ ਪ੍ਰਸ਼ੰਸਾਜਨਕ ਕੰਮ ਕੀਤਾ। ਅਨੰਦਪੁਰ ਸਾਹਿਬ ਹਰਿਦੁਆਰ ਤੇ ਕਈ ਹੋਰ ਥਾਵਾਂ ਉੱਤੇ ਪੰਡਿਤ ਜੀ ਦੇ ਉਦਮ ਨਾਲ ਯਾਦਗਾਰੀ ਸਥਾਨਾਂ ਦਾ ਨਿਰਮਾਣ ਸੰਪੂਰਨ ਹੋਇਆ। ਇਸ ਤੋਂ ਇਲਾਵਾ ਵਿਦਿਆ ਦੇ ਪ੍ਰਚਾਰ ਲਈ ਯਮੁਨਾਨਗਰ ਵਿਖੇ ਸਕੂਲ ਤੇ ਕਾਲਜ ਆਰੰਭ ਕਰਕੇ ਪੰਡਿਤ ਜੀ ਨੇ ਖਾਲਸਾ ਪੰਥ ਦੀ ਵਡਮੁੱਲੀ ਸੇਵਾ ਕੀਤੀ ਤੇ ਇਹ ਅੱਜ ਜਿਹੜੇ ਅਦਾਰੇ ਅੱਜ ਕੱਲ੍ਹ ਕਰਮਜੀਤ ਸਿੰਘ ਦੀ ਅਗਵਾਈ ਹੇਠ ਵਿਕਸਿਤ ਹਨ। ਯਮੁਨਾਨਗਰ ਦੇ ਨਿਵਾਸੀਆਂ ਨੂੰ ਧਰਮੀ ਤੇ ਪਰਉਪਕਾਰੀ ਜੀਵਨ ਜੀਤ ਕਰਨ ਲਈ ਸੰਤਪੁਰੇ ਸੰਤੋਖਗੜੀ ਵਾਯੂਮੰਡਲ ਸਹਾਇਕ ਸਿੱਧ ਹੋ ਰਿਹਾ ਹੈ। ਅੰਮ੍ਰਿਤਸਰ ਵਿਖੇ ਅਗਰ ਗੱਲ ਕੀਤੀ ਜਾਵੇ ਸੰਤ ਸ਼ਾਮ ਸਿੰਘ ਸੇਵਾਪੰਥੀ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਜੋ ਸੇਵਾ ਕੀਤੀ ਹੈ ਉਸ ਦਾ ਨਿਰੂਪਣ ਕਰਨਾ ਕਹਿੰਦੇ ਲਾਜ਼ਮੀ ਹੈ। ਪਰਿਕਰਮਾ ਵਿਖੇ ਨੇਮ ਨਾਲ ਕਈ ਵਾਰੀ ਝਾੜੂ ਦੇ ਕੇ ਸਫਾਈ ਕਰਨ ਦੀ ਪਿੱਤ ਨੂੰ ਬਾਬਾ ਸ਼ਾਮ ਸਿੰਘ ਨੇ ਬੜਾ ਨਵਾਂ ਰੂਪ ਦਿੱਤਾ ਸੀ। ਇਸ ਦੇ ਨਾਲ ਹੀ ਸਰੰਦਾ ਲੈ ਕੇ ਸਵੇਰ ਸ਼ਾਮ ਅਕਾਲ ਤਖਤ ਦੇ ਸਾਹਮਣੇ ਘਟਿਆ ਬੱਦੀ ਕੀਰਤਨ ਕਰਦੇ ਹੋਏ ਉਹਨਾਂ ਨੇ ਅਣਗਿਣਤ ਸਿੰਘਾਂ ਨੂੰ ਗੁਰਬਾਣੀ ਦੇ ਨਾਲ ਜਿਹੜਾ ਜੋੜ ਕੇ ਸੇਵਾ ਕਰਨੀ ਸਿਖਲਾਈ ਸੀ। ਉਸ ਦੇ ਨਾਲ ਸੰਸਥਾਵਾਂ ਨੇ ਤੇ ਸਿੱਖਾਂ ਦੇ ਯਤਨਾਂ ਨੇ ਵੀ ਤੇ ਪਰ ਇਹਨਾਂ ਯਤਨਾਂ ਨੂੰ ਲੋੜੀਂਦੇ ਨਤੀਜਿਆਂ ਵਾਸਤੇ ਵਰਤਿਆ ਜਿਹੜਾ ਨਹੀਂ ਜਾ ਸਕਦਾ। ਸੋ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸਮੇਂ ਬਾਬਾ ਸ਼ਾਮ ਸਿੰਘ ਜੀ ਨੂੰ 5 ਪਿਆਰਿਆਂ ਵਿੱਚ ਸ਼ਾਮਲ ਕਰਕੇ ਪਹਿਲਾ ਟੱਕ ਇਹਨਾਂ ਤੋਂ ਲਗਵਾਇਆ ਗਿਆ ਸੀ। ਬਾਬਾ ਸ਼ਾਮ ਸਿੰਘ ਜੀ ਨੇ ਗੁਰਬਾਣੀ ਦੇ ਪ੍ਰਚਾਰ ਲਈ ਸਾਰਾ ਜੀਵਨ ਸਮਰਪਿਤ ਕਰਕੇ ਖਾਲਸਾ ਪੰਥ ਦੀ ਜਿਹੜੀ ਮਹਾਨ ਸੇਵਾ ਕੀਤੀ ਸੀ। ਸੇਵਾਪੰਥੀ ਸੰਤਾਂ ਦੀ ਵਡਿਆਈ ਇਸ ਗੱਲ 'ਚ ਕਿ ਉਹਨਾਂ ਨੇ ਜੀਵਨ ਦਾ ਉਦੇਸ਼ ਉਹਨਾਂ ਦਾ ਪਰਉਪਕਾਰ ਸੀ। ਪਰਉਪਕਾਰੀ ਹੋਣ ਲਈ ਕੜੀ ਘਰ ਕਮਾਈ ਦੀ ਵੀ ਲੋੜ ਹੁੰਦੀ ਸੀ। ਇਸ ਮਾਰਗ ਤੇ ਸਫਲਤਾ ਨਾਲ ਚੱਲਣ ਲਈ ਆਤਮ ਸੰਜਮ ਤੇ ਆਤਮ ਚਿੰਤਨ ਨੂੰ ਜੀਵਨ ਦਾ ਆਧਾਰ ਬਣਾ ਬੜਾ ਹੀ ਜ਼ਰੂਰੀ ਸੀ। ਬਾਕੀ ਇਹ ਜਿਹੜਾ ਹੈਗਾ ਵਾ ਇਹ ਚੀਜ਼ ਇੱਥੇ ਰਹਿਣ ਦੋ। ਇੱਥੇ ਦੇਖੋ ਗੁਰਦੁਆਰਾ ਸੁਧਾਰ ਲਹਿਰ ਸਮੇਂ ਸੇਵਾਪੰਥੀ ਸੰਤਾਂ ਨੇ ਬਹੁਤ ਸੇਵਾ ਕੀਤੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਪਿੱਛੋਂ ਸੇਵਾਪੰਥੀ ਜਿਹੜੇ ਹੈਗੇ ਸੀ ਨਾਲ ਜੋ ਇਕਰਾਰਨਾਮਾ ਲਿਖਤੀ ਰੂਪ ਵਿੱਚ ਕੀਤਾ ਗਿਆ ਸੀ ਉਸ ਦੇ ਅੱਖਰ ਇਸ ਪ੍ਰਕਾਰ ਨੇ।
ਹੁਣ ਦੇਖੋ ਇੱਥੇ ਜਿਹੜੇ ਹੈਗੇ ਸੀ, ਕਹਿੰਦੇ ਸਮੂਹ ਸੇਵਾਪੰਥੀ ਅੱਡਰਸ਼ਾਹੀ ਗੁਰਦੁਆਰਿਆਂ ਤੇ ਟਿਕਾਣਿਆਂ ਦੇ ਪ੍ਰਬੰਧ ਸੰਬੰਧੀ ਅੱਜ ਮਈ 27 1932 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਸੇਵਾਪੰਥੀ ਅੱਡਰਸ਼ਾਹੀ ਮਹੰਤਾਂ, ਸਥਾਨਕ ਸੰਗਤਾਂ ਤੇ ਪ੍ਰਤੀਨਿਧਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧਾਂ ਦੇ ਦਰਮਿਆਨ ਵਿਚਾਰ ਹੋਈ। ਹੁਣ ਇੱਥੇ ਜੋ ਫੈਸਲੇ ਲਏ ਗਏ ਕਿ ਸੇਵਾਪੰਥੀ ਅੱਡਰਸ਼ਾਹੀ ਕਮੇਟੀ ਦੇ ਨਿਯਮ ਬਣਾ ਕੇ ਛੇਤੀ ਹੀ ਰਜਿਸਟਰ ਕਰਵਾਏ ਜਾਣ। ਮਤਲਬ ਉਹਨਾਂ ਨੇ ਜਿਹੜਾ ਕੰਮ ਕੀਤਾ ਹੈਗਾ ਸੀ ਇਹ ਰਹਿਣ ਦੋ, ਇਹ ਚੀਜ਼ ਜਿਹੜੀ ਹੈਗੀ ਆ ਸਕਿਪ ਕਰ ਦੋ। ਜਸਟ ਅਸੀਂ ਇੰਨਾ ਹੀ ਪੜ੍ਹਨਾ ਹੈਗਾ ਸੀ ਕਿ ਸੇਵਾਪੰਥੀ ਸੰਪਰਦਾਇ ਜਿਹੜਾ ਹੈਗਾ ਸੀ ਕਿਸ ਤਰੀਕੇ ਦੇ ਨਾਲ ਸਾਨੂੰ ਸਟਾਰਟਿੰਗ ਤੋਂ ਮਿਲਿਆ ਸੀ, ਤੇ ਇਹਨਾਂ ਦੀ ਵੀ ਕਾਫੀ ਜਿਹੜੀ ਭੂਮਿਕਾ ਹੈਗੀ ਸੀ, ਜਸਟ ਇੱਕ ਸੇਵਾ ਜ਼ਰੂਰ ਇਹ ਕਰਦੇ ਰਹੇ ਸੀ। ਬਾਕੀ ਇਹ ਵਾਲੀ ਚੀਜ਼ ਰਹਿਣ ਦੋ, ਇਹ ਅੱਜ ਕੱਲ ਦੇ ਟਾਈਮ ਇਹਨਾਂ ਦੀ ਜੋ ਚੀਜ਼ਾਂ ਚੱਲਦੀਆਂ ਪਈਆਂ ਨੇ ਉਹਨਾਂ ਦੀ ਬਾਰੇ ਇਹ ਪੂਰੇ ਦਾ ਪੂਰਾ ਉਹਨਾਂ ਨੇ ਦੱਸਿਆ ਹੋਇਆ ਵਾ। ਠੀਕ ਹੈ, ਹੁਣ ਆ ਦੇਖੋ ਕਹਿੰਦੇ ਕਿ ਇਹਨਾਂ ਦੇ ਜਿਹੜੇ ਹੈਗੇ ਨੇ ਉੱਤਰਾਧਿਕਾਰ ਸਥਾਪਿਤ ਕਰਨ ਦੇ ਨਿਯਮ ਕੀ ਗਏ ਨੇ। ਟਿਕਾਣੇ ਕੋਈ ਜੱਦੀ ਜਾਇਦਾਦ ਨਹੀਂ ਹੈਗੀ ਤੇ ਨਾ ਹੀ ਕਿਸੇ ਦੀ ਵਿਰਾਸਤ ਬਣ ਸਕਦੀ ਹੈ। ਟਿਕਾਣੇਦਾਰ ਮਹੰਤ ਇੱਕ ਪ੍ਰਬੰਧਕ ਹੈ ਜਿਸ ਨੇ ਟਿਕਾਣੇ ਦਾ ਯੋਗ ਪ੍ਰਬੰਧ ਕਰਨਾ ਹੁੰਦਾ ਹੈ, ਤੇ ਅੱਗੇ ਲਈ ਵੀ ਇਹਨੇ ਮਹੰਤ ਥਾਪਣਾ ਵੀ ਵਿਰਤ ਦੇ ਸੁੱਚੇ ਉੱਚ ਆਦਰਸ਼ੀ ਨੇਮ ਪ੍ਰੇਮ ਚ ਪੱਕੇ ਕਿਸੇ ਚੰਗੇ ਸੇਵਾਪੰਥੀ ਸਾਧੂ ਨੂੰ ਹੀ ਕੀਤੀ ਜਾਂਦੀ ਹੈ। ਸੋ ਕਹਿੰਦੇ ਜਿਹੜੇ ਇਹਨਾਂ ਦੀ ਚੋਣ ਹੁੰਦੀ ਹੈ ਮੌਜੂਦਾ ਜਿਹੜਾ ਮਹੰਤ ਹੁੰਦੇ ਨੇ ਉਹਨਾਂ ਦੀ ਰਾਏ ਤੇ ਮਨਜ਼ੂਰੀ ਅਨੁਸਾਰ ਹੀ ਹੁੰਦੀ ਹੈ। ਚੋਣ ਵਿੱਚ ਟਿਕਾਣੇ ਨਾਲ ਸੰਬੰਧਿਤ ਸਿੱਖਾਂ ਤੇ ਸੇਵਾ ਜਿਹੜੇ ਪੰਥੀ ਸਾਧੂ ਸਮਾਜ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਤੇ ਸਰਬਸੰਮਤੀ ਨਾਲ ਹੀ ਫੈਸਲਾ ਲਿਆ ਜਾਂਦਾ ਹੈ। ਟਿਕਾਣੇ ਦੀ ਸੌਂਪਣਾ ਵੇਲੇ ਕੇਵਲ ਇੱਕ ਕਟੋਰੇ ਤੇ ਝਾੜੂ ਦੀ ਸੌਂਪਣਾ ਕੀਤੀ ਜਾਂਦੀ ਹੈ। ਕਟੋਰਾ ਤੇ ਝਾੜੂ ਜਿਹੜਾ ਹੁੰਦਾ ਵਾ ਸੇਵਾ ਦਾ ਜੋ ਅਸਲ ਹਿੱਸਾ ਹੈ ਇੱਕ ਸੇਵਾ ਪੰਥੀ ਸਾਧੂ ਦਾ, ਉਹ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਉਹਨੂੰ ਇੱਕ ਐਜ਼ ਮਹੰਤ ਚੁਣ ਲਿਆ ਜਾਂਦਾ ਹੈ। ਹੁਣ ਤੁਹਾਨੂੰ ਪਤਾ ਹੀ ਹੈ ਸਟਾਰਟਿੰਗ ਜਿਹੜੀ ਹੈਗੀ ਇਹ ਰਹਿਣ ਦੋ, ਇਹ ਵੀ ਅਸੀਂ ਨਹੀਂ ਕਰਨਾ ਹੈਗਾ ਕਿਉਂਕਿ ਅਸੀਂ ਸਟਾਰਟਿੰਗ ਪੜ੍ਹ ਹੀ ਲਈ ਹੈਗੀ ਆ ਕਿ ਸੇਵਾਪੰਥੀ ਸੰਪਰਦਾਇ ਜਿਹੜਾ ਹੈਗਾ ਸੀ ਭਾਈ ਕਨ੍ਹਈਆ ਜੀ ਦੇ ਦੁਆਰਾ ਹੈਗਾ ਸੀ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅੱਗੇ ਕੀਤਾ ਸੀ। ਸੋ ਇਹ ਚੀਜ਼ ਵੀ ਸਕਿਪ ਕਰ ਦੋ। ਉਸ ਤੋਂ ਇਲਾਵਾ ਨਿਰਮਲਾ ਸੰਪਰਦਾਇ ਜਿਹੜਾ ਹੈਗਾ ਵਾ ਇਹ ਆਇੰਦਾ ਹੈਗਾ ਵਾ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵਿਦਵਾਨਾਂ ਨੇ ਤੇ ਵਿਚਾਰਵਾਨ ਸੰਤਾਂ ਦੀ ਸੰਪਰਦਾਇ ਦਾ ਨਾਮ ਜਿਹੜਾ ਹੈਗਾ ਸੀ ਨਿਰਮਲਾ ਸੰਪਰਦਾਇ। ਇਸ ਸੰਪਰਦਾਇ ਦੇ ਆਦਿ ਬਾਰੇ ਨਿਸ਼ਚਿਤ ਕੁਝ ਲਿਖਣਾ ਕਠਿਨ ਹੈ। ਨਿਰਮਲੇ ਸੰਤ ਭਾਈ ਗੁਰਦਾਸ ਜੀ ਦੀ ਇਸ ਟੂਕਰ ਨਾਨਕ ਨਿਰਮਲ ਪੰਥ ਚਲਾਇਆ ਦਾ ਆਸਰਾ ਲੈ ਕੇ ਇਹ ਵਿਚਾਰ ਪ੍ਰਸਤੁਤ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਹੀ ਇਸ ਸੰਪਰਦਾਇ ਦੇ ਮੋਢੀ ਸਨ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਨਿਰਮਲੇ ਸੰਤ ਗੁਰਬਾਣੀ ਵਿੱਚ ਨਿਰਮਲ ਪਦ ਨਾਲ ਸੰਬੰਧਿਤ ਤੁਕਾਂ ਪੇਸ਼ ਕਰਕੇ ਆਪਣੇ ਵਿੱਤ ਅਨੁਸਾਰ ਅਰਥ ਕੱਢਦੇ ਹੋਏ ਸਿੱਧ ਕਰਨ ਦਾ ਯਤਨ ਕਰਦੇ ਨੇ ਕਿ ਇਹ ਜਿਹੜਾ ਸੰਪਰਦਾਇ ਸੀ ਗੁਰੂ ਨਾਨਕ ਦੇਵ ਜੀ ਨੇ ਹੀ ਇਸ ਦਾ ਸ਼ੁਰੂਆਤ ਕੀਤੀ ਸੀ। ਪਰ ਇਤਿਹਾਸਕਾਰਾਂ ਦਾ ਕਥਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਦੇ ਜੋ ਕਿ ਬ੍ਰਹਮਚਾਰੀ ਸਨ ਸੰਸਕ੍ਰਿਤ ਵਿਦਿਆ ਪੜ੍ਹਨ ਲਈ ਕਾਸ਼ੀ ਬਨਾਰਸ ਘੱਲਿਆ ਸੀ। ਇਹ ਵਿਦਵਾਨ ਜਦ ਸ਼ਾਸਤਰੀ ਵਿਦਿਆ ਚ ਨਿਪੁੰਨ ਹੋ ਕੇ ਗੁਰੂ ਜੀ ਪਾਸ ਪਰਤੇ ਤਾਂ ਇਹਨਾਂ ਨੂੰ ਨਿਰਮਲੇ ਕਹਿ ਕੇ ਸਤਿਕਾਰਿਆ ਗਿਆ। ਇਹਨਾਂ ਦੇ ਵਿਦਿਆਰਥੀ ਜੋ ਜਤੀ ਰਹਿ ਕੇ ਨਿਰਮਲ ਵਸਤਰ ਧਾਰਨ ਕਰਕੇ ਨਾਮ ਅਭਿਆਸ ਕਰਦੇ ਗੁਰਬਾਣੀ ਦਾ ਪ੍ਰਚਾਰ ਕਰਦੇ ਉਹ ਨਿਰਮਲ ਕਹੇ ਜਾਂਦੇ ਸੀ। ਅੱਜ ਦੇ ਫੇਰ ਨਾਲ ਇਹਨਾਂ ਦੀ ਗਿਣਤੀ ਵੱਧਦੀ ਗਈ ਤੇ ਧਰਮ ਪ੍ਰਚਾਰ ਲਈ ਇਹਨਾਂ ਨੇ ਜੋ ਧਰਮਸ਼ਾਲਾ ਬਣਾਈਆਂ ਉਹ ਸਥਾਨ ਨਿਰਮਲੇ ਸੰਤਾਂ ਦੇ ਡੇਰੇ ਬਣ ਗਏ। ਮਹੰਤ ਗਣੇਸ਼ਾ ਸਿੰਘ ਨੇ ਆਪਣੀ ਪੁਸਤਕ ਭਾਰਤ ਮਤ ਦਰਪਣ 1926 ਵਿੱਚ ਇਹਨਾਂ ਦੇ ਬਾਰੇ ਜੋ ਵਿਚਾਰ ਅੰਕਿਤ ਕੀਤੇ ਨੇ ਉਹਨਾਂ ਸੰਬੰਧੀ ਇਹ ਨੇ। ਚਰਨਾਮ੍ਰਿਤ ਪਾਠ ਕਰਕੇ ਇਸ ਪਰ ਕੇਸ ਅਰਥਾਤ ਜਟਾਜੂ ਪੰਜ ਕੇਸ ਸਮੇਤ ਰਹਿਣਾ, ਗਲੇ ਵਿੱਚ ਲੰਮਾ ਚੋਲਾ ਜਾਂ ਗਾਤੀ, ਸਿੱਧੀ ਛੋਟੀ ਜਿਹੜੀ ਦਸਤਾਰ ਸੀ, ਜਪ ਮਾਲਾ, ਆਸਨ, ਪਾਠ ਦੀ ਪੁਸਤਕ ਤੇ ਹੱਥ ਵਿੱਚ ਪਾਤਰ, ਇਸ ਤਰ੍ਹਾਂ ਦੀ ਮਰਿਆਦਾ ਸੰਯੁਕਤ ਰਹਿਣਾ ਨਿਰਮਲ ਮਤ ਦਾ ਇੱਕ ਪੱਕਾ ਚਿੰਨ੍ਹ ਹੈ। ਵਿਰਕਤ ਦਸ਼ਾ ਵਿਖੇ ਰਹਿ ਕੇ ਵਿਦਿਆ ਪੜ੍ਹਨੀ, ਗੁਰੂ ਕੀ ਸੇਵਾ, ਤੀਰਥ ਯਾਤਰਾ ਕਰਕੇ, ਸਤ ਸੰਗ ਦੁਆਰੇ ਗਿਆਨ ਮਾਰਗ ਵਿਖੇ ਪ੍ਰਵਰਤਨਾ ਮੁੱਖ ਉਹਨਾਂ ਦਾ ਉਦੇਸ਼ ਹੈ। ਹੋਰ ਡੇਰੇ ਆਦਿ ਰਹਿ ਕੇ ਸੇਵਾ ਨੂੰ ਮੁੱਖ ਸਮਝਣਾ ਆਦਿ। ਮਤਲਬ ਇਹਨਾਂ ਨੇ ਕੀ ਕਿਹਾ ਹੈਗਾ ਵਾ ਕਿ ਜਿਵੇਂ ਪੂਰੇ ਕੇਸ ਵਗੈਰਾ ਰੱਖਦੇ ਸੀ, ਠੀਕ ਹੈ, ਗਲੇ ਵਿੱਚ ਲੰਮਾ ਚੋਲਾ ਪਾਉਂਦੇ ਸੀ, ਪਾਠ ਦੀ ਪੁਸਤਕ ਹੁੰਦੀ ਸੀ, ਉਹਨਾਂ ਦੀ ਦਸਤਾਰ ਹੁੰਦੀ ਸੀ ਛੋਟੀ, ਇੱਕ ਨਾਮ ਜਪਣ ਵਾਲੀ ਮਾਲਾ ਹੁੰਦੀ ਸੀ, ਆਸਨ ਹੁੰਦਾ ਸੀ ਉਹਨਾਂ ਦਾ ਜਿੱਥੇ ਉਹ ਮਤਲਬ ਰਹਿੰਦੇ ਸੀ ਬਹਿੰਦੇ ਸੀ, ਤੇ ਇਸ ਤਰੀਕੇ ਦੇ ਮਰਿਆਦਾ ਦੇ ਵਿੱਚ ਉਹਨਾਂ ਨੂੰ ਰਹਿਣਾ ਸਿਖਾਇਆ ਸੀ। ਮੇਨ ਇਹਨਾਂ ਦਾ ਇਹੋ ਹੀ ਹੈਗਾ ਸੀ ਕਿ ਜਿਹੜਾ ਗੁਰਬਾਣੀ ਹੈਗੀ ਆ ਜਾਂ ਰੱਬ ਦੇ ਨਾਮ ਦੇ ਨਾਲ ਜੁੜਨਾ ਹੈਗਾ ਸੀ, ਠੀਕ ਹੈ, ਗਿਆਨ ਜਿਹੜਾ ਹੈਗਾ ਵਾ ਮਾਰਗ ਦੇ ਉੱਤੇ ਰਹਿਣਾ, ਸੇਵਾ ਕਰਨੀ, ਇਹੋ ਹੀ ਇਹਨਾਂ ਦੇ ਪ੍ਰਮੁੱਖ ਮੰਨੇ ਜਾਂਦੇ ਸੀ। ਮੋਨੇ ਦਾ ਜੂਠਾ ਖਾਣਾ, ਮਾਦਰਕ ਦਰਵ, ਹਾਸ, ਨਾਚ ਸਭ ਜਿਹੜੇ ਵਰਜਿਤ ਹੈ। ਜੂਠਾ ਖਾਣਾ ਜਿਹੜਾ ਹੁੰਦਾ ਵਾ ਤੇ ਇੱਕ
ਜਿਵੇਂ ਸ਼ਰਾਬ ਪੀਣਾ, ਹਾਸ ਨਾਚ ਸਭ ਕੁਝ ਏਦਾਂ ਵਾਸਤੇ ਵਰਜਿਤ ਹੈਗਾ ਸੀ। ਪ੍ਰਚਾਰ ਹਿੱਤ ਵਿਚਰਨਾ ਤੇ ਸਿਰਫ ਰੋਟੀ ਮਧੁਕੜੀ ਹਿੰਦੂ ਮਾਤਰਾ ਦੀ ਲੈ ਕੇ ਖਾਣੀ, ਪਦਾਰਥ ਦਾ ਗ੍ਰਹਿਣ ਨਹੀਂ ਕਰਨਾ, ਇਸਤਰੀ ਨਹੀਂ ਕਰਨੀ, ਨਾਮਦਾਨ ਪ੍ਰਦਾਨ ਕਰਨਾ ਤੇ ਗੁਰਮਤਿ ਪ੍ਰਚਾਰ ਵਿਖੇ ਸਮਾਂ ਬਤੀਤ ਕਰਨਾ। ਮਤਲਬ ਉਹੀ ਹੈਗਾ ਵਾ ਕਿ ਅਮ ਇਹਨਾਂ ਨੂੰ ਸਿਰਫ ਜਿਹੜੀ ਹੈਗੀ ਆ ਸਿੰਪਲ ਰੋਟੀ ਜਿਹੜੀ ਇਹਨਾਂ ਨੂੰ ਮਿਲਦੀ ਹੈਗੀ ਸੀ ਉਹ ਹੀ ਖਾਣੀ ਹੈਗੀ ਸੀ। ਜਿਵੇਂ ਕਹਿੰਦੇ ਨਾ ਕਿ ਲਾਲਚ ਨਹੀਂ ਕਰਨਾ ਦੂਸਰੇ ਪਦਾਰਥਾਂ ਦਾ। ਸੋ ਇਹ ਕਿ ਇਸ ਤਰੀਕੇ ਦੇ ਪਦਾਰਥ ਗ੍ਰਹਿਣ ਨਹੀਂ ਕਰਨੇ ਜੋ ਭੜਕਾਊ ਹੁੰਦੇ ਨੇ, ਤੁਹਾਡੇ ਅੰਦਰ ਹੋਰ ਖਾਣ ਦੀ ਲਾਲਸਾ ਜਗਾਉਂਦੇ। ਜਿੰਨਾ ਹੁੰਦਾ ਸੀ ਉਹਨਾਂ 'ਚ ਸੰਤੁਸ਼ਟ ਰਹੋ ਤੇ ਕਿਸੇ ਦਾ ਇਸਤਰੀ ਨਹੀਂ ਕਰਨੀ, ਮਤਲਬ ਉਹ ਕਿ ਪਰਾਈ ਇਸਤਰੀ ਦਾ ਸਾਥ ਨਹੀਂ ਕਰਨਾ ਗਾ, ਨਾਮਦਾਨ ਜਿਹੜਾ ਹੈਗਾ ਵਾ ਇਹ ਕਰਨਾ। ਦੀਵਾਲੀ ਵਿਸਾਖੀ ਸਮੇਂ ਅੰਮ੍ਰਿਤਸਰ ਇਸ਼ਨਾਨ ਦਰਸ਼ਨ ਵਾਸਤੇ ਜਾਣਾ, ਕੁੰਭਾਂ ਪਰ ਇਕੱਤਰ ਹੋਣਾ, ਜਿਹੜੇ ਕੁੰਭ ਹੁੰਦੇ ਸੀ ਉਹਨਾਂ ਦੇ ਉੱਤੇ ਇਕੱਤਰ ਹੋਣੇ, ਪੂਰਨਮਾਸ਼ੀ ਸੰਗਰਾਂਦ ਅਮਾਵਸ ਪਰ ਡੇਰਿਆਂ ਵਿਖੇ ਦੀਵਾਨ ਕਰਕੇ ਗੁਰਮਤਿ ਦਾ ਪ੍ਰਚਾਰ ਕਰਨਾ। ਆਏ ਅਤਿਥੀ ਨੂੰ ਭੋਜਨ ਤੇ ਵਿਸ਼ਰਾਮ ਦੇਣਾ, ਗੁਰਮਤਿ ਸੰਬੰਧੀ ਪੁਸਤਕਾਂ ਰਚਣੀਆਂ, ਨਿਜ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਹਰ ਇੱਕ ਸਾਧੂ ਦੇ ਸਥਾਨ ਵਿਖੇ ਵਿਰਾਜਦੇ ਸਨ, ਇੱਕ ਅਕਾਲ ਪੁਰਖ ਨਿਰੰਕਾਰ ਦਾ ਨਾਮ ਜਪਣਾ, ਦੇਵੀ ਦੇਵਤੇ ਦਾ ਵਿਰੋਧ ਨਹੀਂ ਕਰਨਾ, ਦਸੇ ਗੁਰੂ ਇੱਕੋ ਜੋਤ ਤਥਾ ਪ੍ਰਮਾਤਮਾ ਦਾ ਸਰੂਪ ਨੇ, ਗੁਰਮਤਿ ਦਾ ਤੇ ਗੁਰਮੁਖੀ ਦਾ ਪ੍ਰਚਾਰ ਕਰਨਾ, ਅੰਮ੍ਰਿਤ ਮੁੱਢ ਤੋਂ ਨਿਰਮਲਿਆ ਦੇ ਹੱਥੋਂ ਹੁੰਦਾ ਆਇਆ ਹੈ, ਇਹ ਗੁਰਸਿੱਖੀ ਦਾ ਨਿਯਮ ਹੈ। ਤੇ ਵਾਹਿਗੁਰੂ ਨਾਮ ਦਾ ਜਪਣਾ ਤੇ ਜੀਵ ਤੇ ਬ੍ਰਹਮ ਅਭੇਦ ਨੇ, ਇਹ ਇੱਥੇ ਇਹਨਾਂ ਦੇ ਸਿਧਾਂਤ ਜਿਹੜੇ ਹੈਗੇ ਸੀ ਦੱਸੇ ਹੋਏ ਨੇ। ਨਿਰਮਲੇ ਸੰਤ ਹੁਣ ਇਹ ਵੀ ਕਹਿੰਦੇ ਹਨ ਕਿ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਗਏ ਮਾਰਗਾਂ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਯਤਨ ਕਰਦੇ ਨੇ। ਵਿਚਾਰ ਕੀ ਗਏ ਨੇ ਉਹਨਾਂ ਦੇ ਕਿ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਕੇਸ਼ਾਂ ਤੇ ਸਵਾਸਾਂ ਨਾਲ ਰੱਖਿਆ ਕਰਨੀ, ਸਦਾਚਾਰ ਤੇ ਵਿਹਾਰ ਜੀਵਨ ਦਾ ਆਦਰਸ਼ਕ ਗੁਰਮਤਿ ਅਨੁਸਾਰ ਹੋਵੇ, ਗੁਰਬਾਣੀ ਤੇ ਹਿੰਦੂ ਸ਼ਾਸਤਰਾਂ ਦਾ ਪਾਠ ਪਠਨ ਕੀਤਾ ਜਾਵੇ ਤੇ ਧਰਮ ਪ੍ਰਚਾਰ ਤੇ ਜਨ ਭਲਾਈ ਦੇ ਕਾਰਜਾਂ ਵਿੱਚ ਭਾਗ ਲਿਆ ਜਾਵੇ। ਨਿਰਮਲੇ ਸੰਤਾਂ ਨੇ ਗੁਰੂ ਜੀ ਦੇ ਆਸ਼ੇ ਅਨੁਕੂਲ ਪ੍ਰਚਾਰ ਦੀ ਰੋਹ ਨੂੰ ਸੰਭਾਲਿਆ। ਉਹਨਾਂ ਨੇ ਕੀ ਕੀਤਾ ਹੈਗਾ ਸੀ ਕਿ ਹਿੰਦੂ ਧਰਮ ਦੇ ਮੁਖੀ ਤੀਰਥ ਮੇਲੇ ਵਿਸ਼ੇਸ਼ ਕਰਕੇ ਜਿਹੜੇ ਕੁੰਭ ਹੁੰਦੇ ਸੀ ਉੱਥੇ ਇਕੱਤਰ ਹੋਏ ਜਨ ਸਮੂਹ ਨੂੰ ਨਿਰਮਲੇ ਸੰਤਾਂ ਨੇ ਗੁਰੂ ਜੀ ਦੇ ਜਿਹੜਾ ਸੰਦੇਸ਼ ਦੁਆਰਾ ਟੁੰਬਿਆ ਸੀ। ਹਿੰਦੂ ਧਰਮ ਸ਼ਾਸਤਰਾਂ ਦੇ ਚੰਗੇ ਗਿਆਤਾ ਹੋਣ ਦੇ ਨਾਲ ਨਾਲ ਨਿਰਮਲ ਸੰਪਰਦਾਇ ਦੇ ਜਿਹੜੇ ਸੰਤ ਸੀ ਹਿੰਦੂ ਜਨਤਾ ਦੇ ਦਿਲ ਵਿੱਚ ਆਦਰਯੋਗ ਸਥਾਨ ਕਾਇਮ ਕਰਨ ਵਿੱਚ ਕਾਫੀ ਹੱਦ ਤੱਕ ਸਫਲ ਰਹੇ ਸੀ। ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਨਿਰਮਲ ਪੰਥ ਦੇ ਜਿਹੜੇ ਸੰਤ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ ਸਮੇਂ ਵੇਦਾਂਤ ਤੇ ਪੁਰਾਣਿਕ ਜਿਹੜੀਆਂ ਸਾਹਿਤ ਦੀ ਓਟ ਲੈ ਕੇ ਅਰਥ ਕਰਦੇ ਸੀ ਤੇ ਕਈ ਵਾਰ ਮੁੱਖ ਸਿਧਾਂਤ ਤੋਂ ਹਟਵੇਂ ਹੁੰਦੇ ਹੋਏ ਹਨ ਤੇ ਵੇਦਾਂਤ ਪ੍ਰਭਾਵ ਦਿੰਦੇ ਸੀ। ਨਿਰਮਲ ਸੰਤਾਂ ਨੇ ਆਪਣੇ ਭੇਖ ਤੇ ਉੱਨਤੀ ਲਈ ਕਈ ਯਤਨ ਵੀ ਨਾਲ ਕੀਤੇ ਸੀ। ਅੱਗੇ ਆਇਂਦਾ ਵਾ ਕਿ ਇਹਨਾਂ ਦੀ ਗਿਣਤੀ ਵੀ ਕਾਫੀ ਵੱਧਦੀ ਗਈ ਤੇ ਨਾਲ ਦੇ ਨਾਲ ਇਹਨਾਂ ਦੀ ਪ੍ਰਤਿਸ਼ਠਾ ਜਦੀ ਵਧੀ ਸੀ ਤਾਂ ਹਰ ਭੇਖਾਂ ਦੇ ਸਾਧੂ ਇਸ ਦੇ ਵਿੱਚ ਜੜ ਨਾ ਸਕੇ। ਮਤਲਬ ਕਿਵੇਂ ਕਈਆਂ ਦਾ ਜਿਵੇਂ ਹੁੰਦਾ ਨਾ ਕਿ ਜ਼ਿਆਦਾ ਪਬਲਿਸਿਟੀ ਹੋ ਜਾਂਦੀ ਹੈ ਤੇ ਦੂਸਰੇ ਫਿਰ ਸਿਖਾਉਂਦੇ ਨਹੀਂ ਉਹਨਾਂ ਨੂੰ। ਸੋ ਇਸੇ ਕਰਕੇ ਫਿਰ ਇਹਨਾਂ ਦੇ ਸੰਤਾਂ ਦਾ ਵਿਰੋਧ ਵੀ ਫਿਰ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਤੰਗ ਕਰਨ ਲਈ ਕਈ ਢੰਗ ਵੀ ਅਪਣਾਏ ਗਏ। ਅਜਿਹੇ ਹਾਲਾਤ ਵਿੱਚ ਨਿਰਮਲ ਸੰਪਰਦਾਇ ਦੇ ਮੁਖੀ ਸੰਤਾਂ ਨੇ ਭਾਈ ਮਹਿਤਾਬ ਜੀ ਦੀ ਅਗਵਾਈ ਦੇ ਹੇਠ ਇਕੱਤਰ ਹੋ ਕੇ ਮਹਾਰਾਜਾ ਪਟਿਆਲਾ ਨਾਭਾ ਤੇ ਜੀਤ ਦੀ ਸਹਾਇਤਾ ਪ੍ਰਾਪਤ ਕੀਤੀ। ਇਸ ਦੇ ਫਲਸਰੂਪ ਸ਼੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਵਜੂਦ ਵਿੱਚ ਆਇਆ, ਜਿਸ ਦੇ ਪ੍ਰਬੰਧ ਤੇ ਅਗਵਾਈ ਇੱਕ ਦਸਤੂਰੁਲ ਅਮਲ ਤਿਆਰ ਕੀਤਾ ਗਿਆ, ਜਿਸ ਦੇ ਨੇਮ ਕੀ ਹੈਗੇ ਸੀ। ਅਖਾੜੇ ਦੀ ਸਥਾਪਨਾ ਦਾ ਪ੍ਰਯੋਜਨ ਹੈ ਧਰਮ ਦੀ ਮਰਿਆਦਾ ਨੂੰ ਕਾਇਮ ਰੱਖਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਰਮਲ ਸੰਪਰਦਾਇ ਦੇ ਸੰਤਾਂ ਦਾ ਇਸ਼ਟ ਰਹੇਗਾ। ਅਖਾੜੇ ਵਿੱਚ ਪ੍ਰਵੇਸ਼ ਕਰਨ ਵਾਲੇ ਸੰਤਾਂ ਨੂੰ ਸਾਰੀ ਆਮਦਨ ਖਜ਼ਾਨੇ 'ਚ ਜਮ੍ਹਾਂ ਕਰਾਉਣੀ ਹੋਏਗੀ, ਆਪਣੇ ਪਾਸੋਂ ਨਹੀਂ ਰੱਖਣਗੇ। ਜੋ ਸੰਤ ਰਹਿਤਨਾਮੇ ਦੀ ਮਰਿਆਦਾ ਦੇ ਬਰਖਿਲਾਫ ਹੋਏਗਾ ਉਹਨਾਂ ਨੂੰ ਸਜ਼ਾ ਦੇਣ ਦਾ ਜਿਹੜਾ ਅਖਤਿਆਰ ਸ਼੍ਰੀ ਮਹੰਤ ਸਾਹਿਬ ਨੂੰ ਹੋਵੇਗਾ। ਸ਼੍ਰੀ ਮਹੰਤ ਦੀ ਸਥਾਪਨਾ ਜਿਹੜੀ ਕਿ ਪਟਿਆਲਾ ਨਾਭਾ ਜੀ ਸਰਕਾਰਾਂ ਦੀ ਸਲਾਨਾ ਹੋਇਆ ਕਰੇਗੀ, ਪਰੰਤੂ ਅੱਜ ਕੱਲ੍ਹ ਐਸਾ ਨਹੀਂ ਹੈ। ਸ਼੍ਰੀ ਮਹੰਤ ਸਾਹਿਬ ਦੀ ਪਦਵੀ ਨੂੰ ਹਰ ਪੱਖੋਂ ਸ਼੍ਰੇਸ਼ਟਤਾ ਦਿੱਤੀ ਗਈ। ਸੋ ਕਹਿੰਦੇ ਕਿ ਇਸ ਤਰੀਕੇ ਦਾ ਪਤਾ ਲੱਗਦਾ ਹੈਗਾ ਸੀ ਕਿ ਉਹਨਾਂ ਨੂੰ ਇੱਕ ਮਰਿਆਦਾ ਦੇ ਵਿੱਚ ਰਹਿਣਾ ਪੈਂਦਾ ਸੀ। ਠੀਕ ਹੈ, ਸੋ ਇਹ ਮਰਿਆਦਾ ਕੀ ਹੈਗੀ ਸੀ ਤੇ ਕਿਸ ਤਰੀਕੇ ਦੇ ਵਿਚਾਰ ਦੱਸੇ ਗਏ ਸੀ ਕਿ ਨਿਰਮਲੇ ਸਾਧੂ ਵੇਦ ਵਿਦਿਆ ਤੇ ਸੰਸਕ੍ਰਿਤ ਪੜ੍ਹਨ, ਸੰਧੂਰੀ ਗੇਰੂਆ ਰੰਗ ਦੇ ਬਸਤਰ ਪਹਿਨਣ, ਮਾਸ ਮਦਰਾ ਆਦਿ ਨਸ਼ਿਆਂ ਦਾ ਸੇਵਨ ਨਾ ਕਰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਸ਼ਾਸਤਰ ਅਨੁਸਾਰ ਕਰਨ, ਸਿੰਘ ਨਾਮ ਰੱਖਣ ਤੇ ਕੇਸ ਰੱਖਣ, ਪੁੱਠਾ ਮੁਸਲੀ ਤੰਬਾਕੂ ਨਾ ਵਰਤਣ। ਇਸ ਤੋਂ ਇਲਾਵਾ ਕੱਚੇ ਕੜੇ ਤੇ ਕਿਰਪਾਨ ਦੀ ਸ਼ਰ੍ਹਾ ਦਾ ਦੰਡ ਨਹੀਂ, ਇਹ ਵਸਤਾਂ ਖੱਤਰੀ ਪਹਿਨਦੇ ਨੇ। ਕੱਚ ਪੜਦਾ ਹੈ, ਇਸ ਦੀ ਥਲ ਗੋਟੀ ਸਾਧੂ ਵਰਤਦੇ ਸੀ। ਕਿਰਪਾਨ ਖੱਤਰੀ ਦਾ ਜਨੇਊ ਹੈ ਤੇ ਕੜਾ ਪਹਿਨਣ ਦਾ ਰਿਵਾਜ ਨਿਹੰਗ ਸਿੰਘਾਂ ਨੇ ਚਲਾਇਆ।
ਧਰਮ ਦਾ ਧਨੁਖ ਗਿਆਨ ਦਾ ਖੜਗ ਗੁਰੂ ਸ਼ਬਦ ਨੇਜਾ ਨਿਮਰਤਾ ਕੀ ਸੰਜੋਏ ਖਿਮਾ ਦਾ ਟੋਪ ਧੀਰਜ की ढाल वेद गुरु के बचन रूपी तीरों का भरा हुआ सिद्धक का पत्था गरीबी की गदा ਕਿਰਪਾ ਕੀ ਦਰਦ ਇਤਿਆਦ ਇਹ ਜਿਹੜੇ ਹੈਗੇ ਸੀ ਇਹਨਾਂ ਨੇ ਨਾਲ ਜਿਹੜੇ ਗੁਣ ਹੈਗੇ ਸੀ ਉਹ ਇਹਨਾਂ ਦੇ ਲੱਛਣ ਦੱਸੇ ਗਏ ਸੀ ਕਿ ਉਹਨਾਂ ਨੂੰ ਧਾਰਨ ਕਰਨੇ ਜਿਹੜੇ ਚਾਹੀਦੇ ਨੇ ਸੋ ਇਹਨਾਂ ਦੇ ਬਾਰੇ ਹੋਰ ਦੱਸਿਆ ਗਿਆ ਵਾ ਕਿ ਇਹਨਾਂ ਦੇ ਇੱਕ ਵੱਡਾ ਮਸਲਾ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਤਿਸ਼ਠਾ ਨੂੰ ਕਿਵੇਂ ਵੇਦਾਂ ਉਪਨਿਸ਼ਦਾਂ ਤੇ ਹਿੰਦੂ ਧਰਮ ਤੋਂ ਉੱਤਮ ਸਿੱਧ ਕੀਤਾ ਜਾਵੇ ਨਿਰਮਲ ਜਿਹੜੇ ਵਿਦਵਾਨ ਸੀ ਉਹਨਾਂ ਦੇ ਸਾਹਮਣੇ ਇਸ ਮਨੋਰਥ ਨੂੰ ਮੁੱਖ ਰੱਖ ਕੇ ਗੁਰਬਾਣੀ ਦੀ ਵਿਆਖਿਆ ਸ਼ਾਸਤਰੀ ਢੰਗ ਦੇ ਨਾਲ ਉਹਨਾਂ ਨੇ ਆਰੰਭੀ ਉਹਨਾਂ ਨੇ ਸੰਸਕ੍ਰਿਤ ਹਿੰਦੀ ਤੇ ਪੰਜਾਬੀ ਵਿੱਚ ਸੁੰਦਰ ਗ੍ਰੰਥ ਲਿਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਜਿਹੜਾ ਸਿੱਧ ਕੀਤਾ ਇਸ ਤਰ੍ਹਾਂ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਲਗਾਤਾਰ ਵਿੱਚ ਦੇਖਿਆ ਜਾਣ ਲੱਗਿਆ ਜੋ ਸਿਧਾਂਤਕ ਤੌਰ ਤੇ ਠੀਕ ਨਹੀਂ ਸੀ ਇਸ ਤਰ੍ਹਾਂ ਇਸ ਲਈ ਸਿੰਘ ਸਭਾ ਪ੍ਰਣਾਲੀ ਨਿਰਮਲਿਆ ਦੇ ਕੱਟੜ ਵਿਰੋਧੀ ਹੈ ਇਹ ਇੱਕ ਮਹਾਨ ਪ੍ਰਾਪਤੀ ਸੀ ਜਿਸ ਦੇ ਫਲਸਰੂਪ ਅਣਗਿਣਤ ਜਿਹੜੇ ਹਿੰਦੂ ਸੀ ਉਹ ਸਿੰਘ ਸੱਜ ਕੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੁਝ ਸੰਸਕ੍ਰਿਤ ਗ੍ਰੰਥਾਂ ਦੀ ਸੂਚੀ ਵੀ ਸਾਨੂੰ ਪ੍ਰਸਤੁਤ ਕੀਤੀ ਹੈ ਜੋ ਇਸ ਪ੍ਰਕਾਰ ਨੇ ਸੰਸਕ੍ਰਿਤ ਪੁਸਤਕਾਵਲੀ ਦੇ ਨਾਮ ਦੱਸੇ ਹੋਏ ਨੇ ਤੇ ਕੌਰ ਸਿੰਘ ਗੁਰੂ ਕੌਮ ਕੀ ਹਰੀ ਸਿੰਘ ਸ਼੍ਰੀ ਗੁਰੂ ਸਿਧਾਂਤ ਪ੍ਰਜਾਤ ਈਸ਼ਰ ਸਿੰਘ ਕਾਸ਼ੀ ਵਾਹਿਗੁਰੂ ਮੰਤਰਾਰਥ ਨਿਹਾਲ ਸਿੰਘ ਥੋਹਾ ਦੇ ਦੁਆਰਾ ਗੁਰਦਿੱਤ ਸਿੰਘ ਉਦਵ ਸੰਤਾ ਸਿੰਘ ਤੇ ਆਤਮਦੇਵ ਸਿੰਘ ਲਾਹੌਰ ਤੇ ਬਾਬਾ ਪ੍ਰੇਮ ਸਿੰਘ ਰਿਸ਼ੀਕੇਸ਼ ਨਿਰਮਲੇ ਸੰਤਾਂ ਨੇ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਵਿਆਖਿਆ ਲਈ ਕਈ ਮਹੱਤਵਪੂਰਨ ਜਿਹੜੇ ਉਹਨਾਂ ਨੇ ਗ੍ਰੰਥ ਲਿਖੇ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਲਿਖ ਕੇ ਪ੍ਰਸ਼ੰਸਾਜਨਕ ਕਾਰਜ ਕੀਤਾ ਭਾਈ ਵੀਰ ਸਿੰਘ ਨੇ ਇਹਨਾਂ ਗ੍ਰੰਥਾਂ ਦਾ ਸੰਪਾਦਨ ਕਰਕੇ 13 ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤਾ ਗੁਰੂ ਸਾਹਿਬਾਨ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਇਹ ਮਹਾਨ ਰਚਨਾ ਬੜੀ ਉਪਯੋਗੀ ਸੀ ਇਸ ਤੋਂ ਇਲਾਵਾ ਭਾਈ ਸੰਤੋਖ ਸਿੰਘ ਜੀ ਦਾ ਜਪ ਦਾ ਟੀਕਾ ਗਰਭ ਗੰਜਨੀ ਇੱਕ ਲਾਜਵਾਬ ਵਿਆਖਿਆ ਗ੍ਰੰਥ ਹੈ ਪੰਡਿਤ ਗੁਲਾਬ ਸਿੰਘ ਪੰਡਿਤ ਸਾਧੂ ਸਿੰਘ ਪੰਡਿਤ ਨਾਨੂ ਸਿੰਘ ਗਿਆਨੀ ਗਿਆਨ ਸਿੰਘ ਮਹੰਤ ਗਣੇਸ਼ਾ ਸਿੰਘ ਮਹੰਤ ਦਿਆਲ ਸਿੰਘ ਤੇ ਕਈ ਸੰਤਾਂ ਨੇ ਵੀ ਕਈ ਮਹੱਤਵਪੂਰਨ ਗ੍ਰੰਥ ਲਿਖੇ ਸਭ ਤੋਂ ਪ੍ਰਭਾਵਸ਼ਾਲੀ ਗ੍ਰੰਥ ਪੰਡਿਤ ਤਾਰਾ ਸਿੰਘ ਨਰੋਤਮ ਨੇ ਲਿਖੇ ਨਰੋਤਮ ਨੇ ਵਿਆਖਿਆਕਾਰੀ ਜਿਹੜੇ ਹੈਗੇ ਸੀ ਕੋਸ਼ਕਾਰੀ ਤੇ ਕਰਮਕਾਰ ਸੰਬੰਧੀ 20 ਦੇ ਕਰੀਬ ਗ੍ਰੰਥ ਲਿਖੇ ਗੁਰੂ ਗ੍ਰੰਥ ਕੋਸ਼ ਸੰਪੂਰਨ ਗੁਰਬਾਣੀ ਦਾ ਕੋਸ਼ ਹੈ ਜਿਸ ਵਿੱਚ ਪੰਡਿਤ ਜੀ ਦੀ ਵਿਵਧਤਾ ਤੇ ਪ੍ਰਮਾਣ ਮਿਲਦੇ ਨੇ ਤੇ ਪਹਿਲੀ ਵਾਰ ਇਕੱਲੇ ਹੀ ਇਤਨਾ ਵੱਡਾ ਕੰਮ ਕਰਨ ਦੀ ਹਿੰਮਤ ਕਰਨੀ ਤੇ ਫਿਰ ਸੰਪੂਰਨ ਕਰਕੇ ਸਾਹ ਲੈਣਾ ਨਰੋਤਮ ਜੀ ਦੀ ਪੰਡਿਆਈ ਤੇ ਸਿਰੜ ਦਾ ਪ੍ਰਤੱਖ ਪ੍ਰਮਾਣ ਹੈ ਓਕੇ ਸੋ ਕਹਿੰਦੇ ਹੈਗੇ ਨੇ ਕਿ ਕੁਝ ਵਿਦਵਾਨਾਂ ਦਾ ਮਤ ਹੈ ਕਿ ਨਿਰਮਲੇ ਜਿਹੜੇ ਸੰਤਾਂ ਦੀ ਜਿਹੜੀ ਵਿਆਖਿਆ ਵੇਦਾਂਤ ਆਸੇ ਹੋਣ ਕਾਰਨ ਸਿੱਖ ਦਰਸ਼ਨ ਤੇ ਚਿੰਤਨ ਦੀ ਵਿਲੱਖਣਤਾ ਭੰਗ ਹੋਈ ਹੈ ਵਾਸਤਵ ਵਿੱਚ ਇਹ ਗੱਲ ਠੀਕ ਨਹੀਂ ਸੀ ਗੁਰਮਤਿ ਵਿਚਾਰਧਾਰਾ ਮਾਨਵ ਨੂੰ ਕਰਮਯੋਗੀ ਜਿਹੜੇ ਬਣਾਉਂਦੇ ਨੇ ਸੋ ਇਹਨਾਂ ਨੇ ਕੀ ਕੀਤਾ ਸੀ ਇਹਨਾਂ ਨੇ ਧਰਮ ਪ੍ਰਚਾਰ ਜਿਹੜਾ ਰਾਹੀਂ ਸੰਕਟ ਦੇ ਸਮੇਂ ਜਿਹੜੇ ਸਿੱਖ ਧਰਮ ਦੇ ਗੌਰਵ ਨੂੰ ਜਿਹੜਾ ਕਾਇਮ ਕੀਤਾ ਸੀ ਸ਼੍ਰੀ ਨਿਰਮਲ ਪੰਚਾਇਤੀ ਅਖਾੜਾ 1862 ਚ ਸਥਾਪਿਤ ਹੋਇਆ ਇੱਕ ਸਦੀ ਤੋਂ ਵੱਧ ਸਮਾਂ ਇਸ ਨੂੰ ਬੀਤ ਚੁੱਕਿਆ ਹੈ ਅਖਾੜੇ ਦੇ ਮਹੰਤਾਂ ਦੀ ਅਗਵਾਈ ਹੇਠ ਨਿਰਮਲੇ ਸੰਤ ਬੜੀ ਨਿਮਰਤਾ ਨਾਲ ਸਹਿਜ ਸਮੁੱਚੇ ਢੰਗ ਨਾਲ ਜਨ ਸਮੂਹ ਦੀ ਭਲਾਈ ਲਈ ਹਿੱਤ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਨਿਭਾ ਰਹੇ ਨੇ ਤੇ ਹੁਣ ਇਹ ਵਾਲਾ ਸਕਿਪ ਇੱਥੇ ਰਹਿਣ ਦਿਓ ਸੋ ਅੱਜ ਦੇ ਬਾਰੇ ਇੱਥੇ ਦੱਸਿਆ ਹੈਗਾ ਵਾ ਹੁਣ ਤੁਹਾਨੂੰ ਵੀ ਪਤਾ ਹੈਗਾ ਵਾ ਕਿ ਟਾਈਮ ਚੇਂਜ ਹੋ ਚੁੱਕਾ ਹੈਗਾ ਵਾ ਕਿਸ ਤਰੀਕੇ ਦੇ ਨਾਲ ਜਿਹੜੇ ਸਰਕਾਰਾਂ ਵੀ ਚੇਂਜ ਹੋ ਚੁੱਕੀਆਂ ਲੋਕੀ ਤਾਂ ਹੁਣ ਕਈ ਨਾਸਤਿਕ ਹੈਗੇ ਜਿਹੜੇ ਡਾਇਰੈਕਟ ਹੋ ਕਹਿ ਦਿੰਦੇ ਨੇ ਕਿ ਸਾਨੂੰ ਕਿਸੇ ਦੇ ਵਿੱਚ ਵਿਸ਼ਵਾਸ ਨਹੀਂਗਾ ਕਿਉਂਕਿ ਕਈਆਂ ਨੂੰ ਹੁੰਦਾ ਕਿ ਸਾਡੇ ਟਾਈਮ ਦੇ ਮੁਤਾਬਿਕ ਜਾਂ ਸਾਡੇ ਹਾਲਾਤ ਨਹੀਂ ਚੱਲਦੇਗੇ ਸੋ ਇਸ ਦੇ ਵਿੱਚ ਉਹ ਦੋਸ਼ ਕੱਢਦੇ ਰੱਬ ਦਾ ਸੋ ਉਹਨਾਂ ਦੇ ਉੱਤੋਂ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਪੂਰੇ ਦਿਨ ਭਰੋਸਾ ਹੀ ਉੱਡ ਜਾਂਦਾ ਹੈਗਾ ਗਰੀਬੀ ਦੇਖਦੇ ਆ ਤਾਂ ਕਰਕੇ ਸਰਕਾਰ ਅਗਰ ਕੁਝ ਕਰਦੀ ਹੈ ਤਾਂ ਕਰਕੇ ਸੋ ਇਸ ਤਰੀਕੇ ਦੇ ਵਿੱਚ ਕਹਿੰਦੇ ਹੈਗੇ ਨੇ ਇਹਨਾਂ ਦੇ ਬਾਰੇ ਉਹਨਾਂ ਨੇ ਇੱਥੇ ਦੱਸਿਆ ਵਾ ਕਹਿੰਦੇ ਕਿ ਜਦੋਂ ਇਹ ਸਵਾਲ ਮੈਂ ਕਈ ਨਿਰਮਲੇ ਸੰਤਾਂ ਨੂੰ ਕੀਤਾ ਤਾਂ ਕਈ ਸੰਤਾਂ ਨੇ ਜਿਨ੍ਹਾਂ ਨੇ ਲੇਖ ਲਿਖਿਆ ਹੈ ਨਾ ਉਹਨਾਂ ਦੇ ਬਾਰੇ ਵਾ ਕਈ ਸੰਤਾਂ ਨੇ ਸੰਕੋਚਵੇਂ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਕਿ ਸਾਡਾ ਸੰਬੰਧ ਵਧੇਰੇ ਕਰਕੇ ਸਿੱਖ ਕੌਮ ਸਿੱਖ ਧਰਮ ਤੇ ਗੁਰਮਤ ਰਹਿਣੀ ਬਹਿਣੀ ਦੇ ਨਾਲ ਹੈਗੇ ਨੇ ਤੇ ਇੱਕ ਵਿਦਵਾਨ ਸੰਤ ਨੇ ਕਿਹਾ ਜਿਸ ਰਫਤਾਰ ਨਾਲ ਸਿੱਖੀ ਸਰੂਪ ਪ੍ਰਫੁੱਲਿਤ ਹੋ ਰਿਹਾ ਹੈ ਉਸੇ ਚਾਲ ਨਾਲ ਅਸੀਂ ਆਪਣੀ ਤੋਰ ਨੂੰ ਜਾਰੀ ਰੱਖਣ ਲਈ ਯਤਨਸ਼ੀਲ ਹਾਂ ਤੇ ਕਹਿੰਦੇ ਉਹ ਹੈਗੇ ਨੇ ਕਿ ਗੁਰਮਤਿ ਸਿਧਾਂਤ ਨੂੰ ਪ੍ਰਗਟਾਉਣ ਲਈ ਗ੍ਰੰਥ ਸਾਹਿਬ ਰਚਦੇ ਰਹਿਣਗੇ ਜਿਹੜੇ ਗ੍ਰੰਥ ਰਚਦੇ ਰਹੇ ਹਾਂ ਤੇ ਇੱਕ ਅੱਜ ਹੁਣ ਪ੍ਰਬੰਧਕ ਕਮੇਟੀ ਜਿਹੜੇ ਯੂਨੀਵਰਸਿਟੀਆਂ ਨੇ ਸੰਭਾਲਿਆ ਅਸੀਂ ਵੀ ਭਾਰਤ ਦੀ ਪ੍ਰਾਚੀਨ ਸੰਸਕ੍ਰਿਤ ਸੰਸਕਾਰਾਂ ਨੂੰ ਸੰਭਾਲਣ ਲਈ ਸੰਸਕ੍ਰਿਤ ਵਿਦਿਆਲੇ ਜਾਰੀ ਕੀਤੇ ਨੇ ਜਿੱਥੇ ਵਿਦਿਆਰਥੀਆਂ ਲਈ ਖਾਣ ਪੀਣ ਲਿਖਾਈ ਪੜ੍ਹਾਈ ਆਦਿ ਦੇ ਜਿਹੜੇ ਹੋਰ ਪ੍ਰਬੰਧ ਉਹਨਾਂ ਵੱਲੋਂ ਜਿਹੜੇ ਕਰਵਾਏ ਜਾਣਗੇ ਇੱਕ ਮਿੰਟ ਮੈਨੂੰ ਪੜ੍ਹਨ ਲੈਣ ਦਿਓ
ਓਕੇ, ਸੋ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਵਾ ਕਿ ਜਿਵੇਂ ਜਿਹੜੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਹੌਲੀ ਹੌਲੀ ਜਦੋਂ ਹੋਰ ਲੋਕੀ ਇਸ ਦੇ ਨਾਲ ਜੁੜਦੇ ਹੈਗੇ ਨੇ ਤੇ ਕਿੰਨੇ ਲੋਕੀ ਇਹਨਾਂ ਦੇ ਨਾਲ ਜੁੜ ਜੁੜ ਕੇ ਤੇ ਉਹ ਕਿੱਥੋਂ ਤੱਕ ਚੱਲ ਜਾਂਦੀ। ਸੋ ਇੱਕ ਧਰਮ ਕੇਂਦਰ ਅਰਥ ਜਿਹੜਾ ਹੈਗਾ ਚੈਰੀਟੇਬਲ ਜਿਹੜਾ ਟਰਸਟ ਇਹ ਚੀਜ਼ਾਂ ਬਣ ਜਾਂਦੀਆਂ ਨੇ, ਕਿਸੇ ਦੀ ਨਿੱਜੀ ਜਾਇਦਾਦ ਨਹੀਂ ਰਹਿੰਦੀ, ਉਹਨਾਂ ਵੱਲੋਂ ਹੀ ਸਾਰੀ ਚੀਜ਼ਾਂ ਜਿਹੜਾ ਦਿਖਾਇਆ ਜਾਂਦਾ ਹੈਗਾ ਵਾ। ਹਰ ਇੱਕ ਜਗ੍ਹਾ ਤੇ ਜਿਵੇਂ ਪ੍ਰਚਾਰ ਕਰਦੇ ਨੇ, ਥਾਂ ਥਾਂ ਜਾ ਕੇ ਜਿਹੜੇ ਉਹਨਾਂ ਦੇ ਨਾਲ ਜੁੜਦੇ ਨੇ ਉੱਥੇ ਜ਼ਰੂਰ ਪਹੁੰਚਦੇ ਨੇ। ਇੱਕ ਇਲਾਵਾ ਉਹ ਜਿਹੜੇ ਦੀਵਾਨ ਵੀ ਸਜਾਉਂਦੇ ਹੈਗੇ ਨੇ। ਸੋ ਇਹ ਹੁਣ ਜਿਹੜੀ ਚੀਜ਼ ਹੈਗੀ ਆ, ਹੁਣ ਕਹਿੰਦੇ ਕਿ ਇੱਕ ਤਰੀਕੇ ਦੇ ਨਾਲ ਕੀ ਕਵਾ ਕਿ ਟਰਸਟ ਦੇ ਅੰਡਰ ਆ ਚੁੱਕੀ ਹੈ, ਕਿਸੇ ਇੱਕ ਦੇ ਵਿੱਚ ਨਹੀਂ ਹੁਣ ਇਹ ਆਏਗੀ। ਠੀਕ ਹੈ, ਸੋ ਮੇਨ ਇਹਨਾਂ ਦਾ ਪਰ ਕੀ ਗਵਾ ਕਿ ਕੰਮ ਕੀ ਜੋ ਵੀ ਉਹ ਕਰਦੇ ਨੇ, ਜੋ ਉਹਨਾਂ ਨੂੰ ਮਿਲਦਾ ਗਵਾ ਜਨਤਾ ਦੀ ਭਲਾਈ ਦੇ ਉੱਤੇ ਖਰਚ ਹੋ ਸਕੇ। ਠੀਕ ਹੈ, ਬਾਕੀ ਇਹ ਚੀਜ਼ਾਂ ਰਹਿਣ ਦੋ ਇਹ ਵਾਲੀਆਂ। ਪਰ ਤਾਂ ਵੀ ਕਹਿੰਦੇ ਸਮੇਂ ਦੇ ਫੇਰ ਨਾਲ ਨਿਰਮਲੇ ਸੰਪਰਦਾਇ ਦੀ ਜਿਹੜੀ ਗਿਣਤੀ ਆ ਘੱਟੋ ਘੱਟ ਜਿਹੜੀ ਹੈਗੀ ਆ ਦਿਨੋ ਦਿਨ ਥੱਲੇ ਹੁੰਦੀ ਜਾ ਰਹੀ। ਜ਼ਿਆਦਾਤਰ ਜਿਹੜੇ ਹੈਗੇ ਨੇ ਲੋਕੀ ਗੁਰਬਾਣੀ ਨੂੰ ਪੜ੍ਹਦੇ ਨੇ, ਗੁਰਬਾਣੀ ਦੇ ਉੱਤੇ ਹੀ ਹੋਣ ਕਰਦੇ ਨੇ। ਕੋਈ ਕੋਈ ਲੋਕੀ ਹੈਗੇ ਜਿਹੜੇ ਇਸ ਤਰੀਕੇ ਦੇ ਨਾਲ ਕੀ ਹੈਗੇ ਨੇ, ਕਈਆਂ ਦੇ ਅੱਗੇ ਲੱਗਦੇ ਹੈਗੇ ਨੇ, ਕਈਆਂ ਉਹਨਾਂ ਨੂੰ ਮੰਨਦੇ ਹੈਗੇ ਨੇ, ਪਰ ਜ਼ਿਆਦਾਤਰ ਜਿਹੜੇ ਲੋਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਵਿਸ਼ਵਾਸ ਰੱਖਦੇ ਨੇ। ਠੀਕ ਹੈ, ਪਰ ਜਿੰਨਾ ਜੇਕਰ ਇਹਨਾਂ ਦੀ ਗਿਣਤੀ ਅਜੇ ਵੀ ਹੈ ਕਾਫੀ ਜਗ੍ਹਾ ਦੇ ਉੱਤੇ, ਤਾਂ ਵੀ ਇਹਨਾਂ ਦਾ ਮੇਨ ਕੰਮ ਕੀ ਹੈਗਾ ਵਾ ਧਰਮ ਪ੍ਰਚਾਰ ਕਰਨਾ ਤੇ ਨਾਲ ਦੇ ਨਾਲ ਸੇਵਾ ਕਰਨੀ। ਬਾਕੀ ਜਿਹੜਾ ਟੌਪਿਕ ਹੋਏਗਾ ਨੈਕਸਟ ਦੇ ਵਿੱਚ, ਸੋ ਨੈਕਸਟ ਟੌਪਿਕ ਜਿਹੜਾ ਹੈਗਾ ਵਾ ਇੱਥੇ ਕਿਹੜਾ ਵਾ, ਆਈ ਡੋਂਟ ਨੋ ਕਿਹੜੀ ਚੀਜ਼ ਹੈਗੀ ਆ। ਓਕੇ, ਬੰਦਾ ਸਿੰਘ ਬਹਾਦਰ ਦੇ ਬਾਰੇ ਹੈਗਾ ਵਾ। ਸੋ ਕੋਈ ਹੋਰ ਟੌਪਿਕ ਮੈਂ ਲੱਭ ਕੇ ਲਿਆਵਾਂਗੀ ਨੈਕਸਟ, ਬਾਕੀ ਤੁਸੀਂ ਦੇਖਦੇ ਰਹੋ। ਥੈਂਕ ਯੂ।